ਚੱਕਣ ਵਾਲਿਆਂ ਨੇ ਤਾਂ ਸ਼ਾਇਦ ਨਾ ਸੋਚਿਆ ਹੋਵੇ, ਪਰ ਉਸ ਟਾਈਮ ਦੀ ਸੰਗਤ ਆ ਜਿਹੜੀ ਉੱਥੋਂ ਦਿਲੋਂ ਜੁੜੀ ਸੀ, ਜਿਹੜੀ ਇੱਕ ਭਾਵਨਾ ਰੱਖਦੀ ਸੀ ਵੀ ਇਹ ਮਹੀਨੇ 2 ਮਹੀਨਿਆਂ ਦੇ ਵਿੱਚ ਹੋਰ ਬੈਠਣ ਦੇ ਨਾਲ ਜਿਹੜਾ ਹੱਲ ਹੋ ਸਕਦਾ ਸੀ, ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਨਿਰਾਸ਼ਤਾ ਗਈ ਆ। ਤਾਂ ਜਿਹੜੀ ਲੜੀ ਤਹਿਤ ਅੱਜ ਉਹੀ ਨਿਰਾਸ਼ਤਾ ਤਹਿਤ ਹੋ ਸਕਦਾ ਮੈਨੂੰ ਵੀ ਦੇਖਦੇ ਹੋਣ, ਕਿਉਂਕਿ ਇੱਕ ਪਿਰਤ ਪੈ ਜਾਂਦੀ ਹੈ ਵੀ ਜਦੋਂ ਮੋਰਚਾ ਲੱਗ ਜਾਂਦਾ ਸਿਰੇ ਤੇ ਜਾ ਕੇ ਇਹਨੂੰ ਵੇਚਿਆ ਜਾਂਦਾ। ਉਹਨਾਂ ਨਾਲ ਨਹੀਂ, ਪਰ ਸਰਕਾਰ ਨੂੰ ਸੁਨੇਹਾ ਲਾ ਦਿਓ ਵੀ ਸ਼ਾਂਤਮਈ ਚੱਲੇ ਆਉਂਦੇ 7 ਸਾਲ ਹੋ ਗਏ ਆ, ਇਸ ਤੋਂ ਬਾਅਦ ਸ਼ਾਂਤਮਈ ਨਹੀਂ ਆ। ਸਰਕਾਰ ਇਸ ਦਾ ਖਮਿਆਜਾ ਭੁਗਤਣ ਲਈ ਤਿਆਰ ਰਵੇ। ਅਸੀਂ ਪੰਜਾਬ ਦੇ ਵਿੱਚ ਪੂਰੇ ਵੱਡੇ ਪੱਧਰ ਤੇ ਉੱਦਾਂ ਦਾ ਪ੍ਰੋਟੈਸਟ ਲਿਖਾਂਗੇ ਜਿਹਦੇ ਵਿੱਚ ਪੰਜਾਬ ਦਾ ਨੌਜਵਾਨ ਚਾਹੁੰਦਾ ਹੈ ਕਿ ਸਰਕਾਰ ਦੇ ਨਾਲ ਧਿਰ ਬਣ ਕੇ ਟੱਕਰੀਏ, ਤਾਂ ਜਾ ਕੇ ਸਾਨੂੰ ਇਨਸਾਫ ਮਿਲੂਗਾ, ਨਹੀਂ ਡਾਂਗਾਂ ਤੇ ਸੋਟੀਆਂ ਸਾਨੂੰ ਹਮੇਸ਼ਾ ਹੀ ਮਿਲਦੀਆਂ ਆਈਆਂ। ਜਿਹ 'ਚ ਕਮਰ ਵਿਜੇ ਪ੍ਰਤਾਪ ਦਾ ਨਾਂ ਲੈਂਦੇ ਆ ਕਿ ਇੱਕ ਹੌਨੈਸਟ ਆਫੀਸਰ ਆ, ਇੱਕ ਇਮਾਨਦਾਰ ਆਫੀਸਰ ਆ, ਜਿਹੜਾ ਕੈਪਟਨ ਦੇ ਮੂੰਹ ਤੇ ਅਸਤੀਫਾ ਮਾਰ ਕੇ ਆ ਗਿਆ ਵੀ ਉਹਨੇ ਕੁਛ ਕੀਤਾ ਨਹੀਂ ਆ। ਅੱਜ ਉਹ ਇੱਕ ਆਫੀਸਰ ਤੁਹਾਡੇ ਵਿੱਚ ਆ ਜਿਹਦੀ ਜਾਂਚ ਤੇ ਕੇਸ ਚੱਲ ਰਹੇ ਆ, ਅੱਜ ਤੁਹਾਡਾ ਅਧਿਕਾਰੀ ਵੀ ਆ, ਜਿੱਤਿਆ ਹੋਇਆ MLA ਵੀ ਆ, ਤੇ ਕੰਨੀ ਤੇ ਤੁਸੀਂ ਉਹਨੂੰ ਵੀ ਲਾਇਆ ਹੋਇਆ, ਉਹ ਵੀ ਤੁਹਾਨੂੰ ਚਿੱਠੀਆਂ ਲਿਖੀ ਜਾਂਦਾ, ਉਹ ਵੀ ਤੁਹਾਨੂੰ ਬੋਲ ਕੇ ਕਹੀ ਜਾਂਦਾ ਵੀ ਤੁਸੀਂ ਬਾਬਲ ਕਲਾਂ ਗੋਲੀ ਕਾਂਡ ਦਾ ਹੱਲ ਕਰੋ। ਕਿਉਂਕਿ ਅਸੀਂ ਵੇਖ ਰਹੇ ਹਾਂ ਵੀ 2 ਤੁਸੀਂ, ਇੱਕ ਭਾਈ ਗੁਰਜੀਤ ਸਿੰਘ ਦੇ ਪਿਤਾ ਜੀ ਨੇ, ਇੱਕ ਤੁਸੀਂ ਬੈਠੇ ਹੋ, ਇੱਕ ਸਿੰਘ ਤੁਹਾਡੇ ਨਾਲ ਹੋ ਰਿਹਾ ਤੇ ਇੱਕ ਸੇਵਾਦਾਰ, 4 ਬੰਦੇ। ਤੇ ਇੱਕ ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਕਿਉਂਕਿ ਅੱਜ ਸਾਡੇ ਕੈਮਰੇ ਨੇ ਕੋਈ ਲਿਹਾਜ਼ ਨਹੀਂ ਕਰਨਾ, ਕਿਉਂਕਿ ਅਸੀਂ ਵੇਖੋ ਅਚਾਨਕ ਪਹੁੰਚ ਗਏ ਤੁਹਾਡੇ ਕੋਲ, ਤੇ ਪਰ ਗੱਲ ਬਹਿਣਾ ਤੇ ਫਿਰ ਹੈ ਨਾ। ਇਹਦਾ ਮਤਲਬ ਅਸੀਂ ਭੇਖੀ ਜੇ ਸਿੱਖ ਹਾਂ, ਜ਼ਿਆਦਾ ਡਰਾਮੇਬਾਜ਼ ਹਾਂ ਅਸੀਂ। ਹਾਂ, ਮੈਂ ਮਾਫ ਕਰਨਾ, ਪਤਾ ਨਹੀਂ ਗੱਲ ਚੱਲਣੀ ਵੀ ਹੈ ਕਿ ਨਹੀਂ। ਮੈਂ ਕਹਿੰਦਾ ਵੀ 7 ਸਾਲ ਦਾ ਸਮਾਂ ਸਾਨੂੰ ਇਹ ਹੋ ਗਿਆ ਅਦਾਲਤਾਂ ਤੇ ਕੋਰਟ ਕਚਹਿਰੀਆਂ ਦੇ ਧੱਕੇ ਖਾਂਦਿਆਂ, ਉਸ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ। ਜੇ 7 ਸਾਲ ਦੇ ਫੜ ਕੇ ਅਸੀਂ ਆਪ ਝਟਕਾਏ ਹੁੰਦੇ ਤਾਂ ਅੱਜ ਨੂੰ ਅਸੀਂ ਉਹ ਸਜ਼ਾ ਕੱਟ ਕੇ ਬਾਹਰ ਆਏ ਹੁੰਦੇ। PTN 24 ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਜੀ ਬਾਬਲ ਕਲਾਂ। ਆਪ ਸਭ ਸੰਗਤਾਂ ਭਲੀ ਭਾਂਤ ਜਾਣਦੇ ਹੋ ਕਿ ਬਾਬਲ ਕਲਾਂ ਦੇ ਵਿੱਚ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਦੇ ਵਿੱਚ ਭਾਈ ਸੁਖਰਾਜ ਸਿੰਘ ਜੀ ਲਗਭਗ 184 ਦਿਨਾਂ ਤੋਂ 16 ਦਸੰਬਰ 2021 ਤੋਂ ਅੱਜ ਦੇ ਦਿਨ ਤੱਕ 184 ਦਿਨ ਬਣਦੇ ਆ, ਤੇ ਲਗਾਤਾਰ ਉਸ ਇਨਸਾਫ ਦੇ ਲਈ ਫੇਰ ਧਰਨੇ ਦੇ ਉੱਤੇ ਬੈਠੇ ਆ। 193 ਦਿਨ ਦੇ ਲਗਭਗ ਬਰਗਾੜੀ ਮੋਰਚਾ ਚੱਲਿਆ ਸੀ ਭਾਈ ਧਿਆਨ ਸਿੰਘ ਮੰਡ ਜੀ ਦੀ ਅਗਵਾਈ ਦੇ ਹੇਠ। ਸਾਬਕਾ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਚੱਲਿਆ ਸੀਗਾ ਜਿਹੜਾ 193 ਦਿਨ। ਉਸ ਤੋਂ ਬਾਅਦ 184 ਦਿਨ ਭਾਈ ਸੁਖਰਾਜ ਸਿੰਘ ਹੁਣਾਂ ਨੂੰ ਵੀ ਬੈਠਿਆਂ ਹੋ ਗਏ ਨੇ। ਭਾਈ ਸੁਖਰਾਜ ਸਿੰਘ ਜੀ ਜੋ ਕਿ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਨਿਆਮੀ ਵਾਲਾ, ਜਿਹੜੇ ਕਿ 1 ਜੂਨ 2015 ਨੂੰ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੁੰਦਾ ਹੈ, ਉਸ ਮਸਲੇ ਦੇ ਉੱਤੇ ਉੱਥੇ ਬੈਠੇ ਸੀਗੇ ਉਹ ਵੀ। ਔਰ ਜਦੋਂ ਪੁਲਿਸ ਦੇ ਵੱਲੋਂ ਸਾਰੀ ਕਾਰਵਾਈ ਹੋਈ ਆ ਤੇ ਉੱਥੇ ਭਾਈ ਗੁਰਜੀਤ ਸਿੰਘ ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ 2 ਸਿੰਘ ਜਿਹੜੇ ਸ਼ਹੀਦ ਹੋ ਗਏ ਸੀਗੇ। ਤੇ ਕਿੰਨਾ ਚਿਰ ਉਹ ਮੋਰਚਾ ਚੱਲਿਆ, ਉਹਦੇ ਚੋਂ ਕੀ ਨਿਕਲਿਆ, ਸਾਰੀਆਂ ਗੱਲਾਂ ਬਾਤਾਂ ਭਾਈ ਸੁਖਰਾਜ ਸਿੰਘ ਨਾਲ ਕਰਦੇ ਹਾਂ। 184 ਦਿਨ ਇਹਨਾਂ ਨੂੰ ਵੀ ਹੋ ਗਿਆ, 1 ਹਫ਼ਤੇ ਬਾਅਦ ਜਾਂ ਹੋਰ 10 ਦਿਨ ਬਾਅਦ ਉਹਦਾ ਵੀ ਉਹ ਰਿਕਾਰਡ ਟੁੱਟ ਜਾਣਾ। ਸਰਕਾਰਾਂ, ਪ੍ਰਸ਼ਾਸਨ ਇਹਨਾਂ ਦੇ ਪ੍ਰਤੀ ਕੀ ਰਵੱਈਆ ਰੱਖਦਾ, ਸੰਗਤ ਦਾ ਰਵੱਈਆ ਕੀ ਹੈ, ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਪਰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਮਾਣਾ ਸਿੱਖ ਹੋਣ ਦੇ ਨਾਤੇ ਉਹ ਆਪਣਾ ਇੱਕ ਫਰਜ਼ ਨਿਭਾ ਰਹੇ ਨੇ। ਕਈ ਵਾਰੀ ਇਹਨਾਂ ਗੱਲਾਂ ਦਾ ਚਰਚਾ ਹੁੰਦਾ ਹੈ ਕਿ ਸ਼ਾਂਤਮਈ ਬੈਠ ਕੇ ਕੀ ਲਵਾਂਗੇ, ਪਰ ਸਾਨੂੰ ਗੁਰੂ ਸਾਹਿਬਾਨਾਂ ਨੇ ਇਹ ਮਿਸਾਲਾਂ ਦਿੱਤੀਆਂ ਕੁਰਬਾਨੀਆਂ ਕਰਕੇ। 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਿਲਕੁਲ ਸ਼ਾਂਤਮਈ ਤਤੀ ਤਵੀ ਤੇ ਬੈਠ ਕੇ ਉਹਨਾਂ ਨੇ ਸ਼ਹਾਦਤ ਦਿੱਤੀ। ਔਰ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣਾ ਸੀਸ ਕਟਵਾਇਆ ਦਿੱਲੀ ਦੇ ਵਿੱਚ ਸ਼ਾਂਤਮਈ। ਉਸ ਤੋਂ ਬਾਅਦ ਤੇਗਾਂ ਚੱਲੀਆਂ, ਉਹ ਵੀ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਫਿਰ
ਉੱਥੇ ਤੇਗ ਵੀ ਚੱਲੀ ਤੇ ਸ਼ਾਂਤਮਈ ਢੰਗ ਨਾਲ ਵੀ ਸਾਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਸਾਨੂੰ ਗੁਰੂ ਸਾਹਿਬਾਨ ਨੇ। ਆਓ ਗੱਲਬਾਤ ਕਰਦੇ ਹਾਂ ਜੀ। ਸਾਡੇ ਨਾਲ ਨੇ ਭਾਈ ਸੁਖਰਾਜ ਸਿੰਘ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਸਾਹਿਬ ਜੀ, ਮੈਂ ਜਿਵੇਂ ਜ਼ਿਕਰ ਕੀਤਾ ਕਿ 184 ਦਿਨ ਹੋ ਗਏ ਆ, 193 ਦਿਨ ਦੇ ਲਗਭਗ ਉਹ ਮੋਰਚਾ ਚੱਲਦਾ, 184 ਦਿਨ ਤੁਹਾਨੂੰ ਹੋ ਗਿਆ। ਉੱਥੇ ਸੰਗਤ ਦਾ ਰਿਸਪੌਂਸ ਬਹੁਤ ਵੱਡਾ ਸੀ। ਇੰਜ ਲੱਗਦਾ ਸੀ ਕਿ ਸਾਰਾ ਸਿੱਖ ਪੰਥ ਜਿਹੜਾ ਉਸ ਮੋਰਚੇ ਦੇ ਦਿਵਾਲੇ ਇਕੱਤਰ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਉਹਦੀ ਗੱਲ ਕਰੀਏ ਵੀ ਉਹਨੂੰ ਤਾਰਪੀਡੋ ਕਿਹਨੇ ਕੀਤਾ ਤੇ ਕਿਉਂ ਕੀਤਾ, ਕਿਉਂ ਉਹ ਗੱਲ ਕਿਸੇ ਫੈਸਲੇ ਤੇ ਪਹੁੰਚਣ ਤੋਂ ਬਿਨਾਂ ਹੀ ਖਤਮ ਹੋ ਗਈ, ਜਾਂ ਕਿਹੜੀ ਸਾਜ਼ਿਸ਼ ਉੱਥੇ ਰਚੀ ਗਈ, ਕੀ ਝੂਠੇ ਆਸ਼ਵਾਸਨ ਦਿੱਤੇ ਗਏ, ਭਰੋਸੇ ਦਿੱਤੇ ਗਏ ਤੇ ਉੱਥੋਂ ਜਿਹੜੇ ਆ ਸਾਡੇ ਲੀਡਰ ਸਾਹਿਬਾਨ ਉੱਠ ਪਏ, ਸੰਗਤ ਉੱਥੋਂ ਵਾਪਸ ਆ ਗਈ। ਦੇਖੋ ਬਈ, ਆਪਾਂ ਜੇ ਗੱਲ ਕਰੀਏ ਸਾਡੀ ਨੌਜਵਾਨੀ ਦਾ, ਸਾਡੇ ਪੰਜਾਬ ਦੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ 84 ਸੁਣੀ ਸੀ, ਜਿਨ੍ਹਾਂ ਨੇ ਹੰਢਾਈ ਸੀ, ਉਹਨਾਂ ਨੂੰ ਪਤਾ ਸੀ ਵੀ ਇੱਥੋਂ ਕਿਵੇਂ ਜਿੱਤਿਆ ਜਾ ਸਕਦਾ ਤੇ ਕਿਵੇਂ ਸਰਕਾਰ ਤੋਂ ਮੰਗਾਂ ਮਨਾਈਆਂ ਜਾ ਸਕਦੀਆਂ। ਪਰ ਜਿਹੜਿਆਂ ਨੇ ਮੇਰੇ ਵਰਗਿਆਂ ਨੇ 84 ਸੁਣੀ ਸੀ ਨਾ, ਉਹਨਾਂ ਲਈ 15 ਇੱਕ ਅਚੰਭਾ ਸੀ, ਕਿਉਂਕਿ ਵਾਪਰਿਆ ਸੀ 2015 ਦਾ ਕਾਂਡ। ਹਰ ਇੱਕ ਉਸ ਨੌਜਵਾਨ ਦੇ, ਸਿੱਖ ਦੇ ਹਿਰਦੇ ਦੇ ਉੱਤੇ ਵਲੂੰਦਰੇ ਗਏ ਸੀ ਹਿਰਦੇ, ਕਿਉਂਕਿ ਗੁਰੂ ਦੀ ਬੇਅਦਬੀ ਹੋਵੇ ਤੇ ਗੋਲੀਆਂ ਸਿੰਘ ਸ਼ਹੀਦ ਹੋਣ ਤੇ ਉਹਦੇ ਇਨਸਾਫ ਲਈ ਸਾਨੂੰ ਸੜਕਾਂ ਤੇ ਬੈਠਣਾ ਪਵੇ, ਮੋਰਚਾ ਲਾਉਣਾ ਪਵੇ, ਤਾਂ ਉਹ ਲੋਕਾਂ ਦਾ ਇੱਕ ਮਨੋਬਲ, ਇੱਕ ਭਾਵਨਾ ਉੱਥੇ ਸੈੱਟ ਹੋਈ ਸੀ ਵੀ ਅਸੀਂ ਇਹਦਾ ਇਨਸਾਫ ਲੈਣਾ, ਅਸੀਂ ਇਕੱਠ ਕਰਕੇ ਜਿਹੜਾ ਇਨਸਾਫ ਲੈ ਸਕਦੇ ਹਾਂ। ਪਰ ਉਹ ਇੱਕ ਵੱਖਰਾ ਵਿਸ਼ਾ ਇਹ ਹੈ ਕਿ ਜਿਹੜਾ ਉੱਥੇ 6 ਮਹੀਨੇ ਡਿਕਟੇਟ ਰਹੀ ਹੈ, ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਹੋਇਆ, ਕਿਉਂਕਿ ਸਰਕਾਰਾਂ ਅੱਜ ਤੋਂ ਨਹੀਂ, ਸਰਕਾਰਾਂ ਪਿਛਲੇ ਲੰਮੇ ਸਮੇਂ ਤੋਂ ਜਾਂ 70 ਸਾਲਾਂ ਤੋਂ ਸਿੱਖਾਂ ਦੇ ਨਾਲ ਹਮੇਸ਼ਾ ਧਰੋ ਕਮਾਉਂਦੀਆਂ ਆਈਆਂ, ਧੱਕਾ ਹੁੰਦਾ ਆਇਆ। ਉਹ ਚਾਹੇ ਕੋਈ ਵੀ ਮਸਲਾ ਹੋਵੇ, ਸਾਡੇ ਇਸ਼ਟ ਦੇ ਉੱਤੇ ਜਦੋਂ ਬੇਅਦਬੀ ਹੋ ਜਾਂਦੀ ਆ ਤਾਂ ਗੁਰਦੁਆਰਿਆਂ ਦੇ ਉੱਤੇ ਟੈਂਕ ਤੋਪਾਂ ਚਾੜੇ ਜਾਂਦੇ ਆ, ਸਿੰਘ ਸ਼ਹੀਦ ਕੀਤੇ ਜਾਂਦੇ ਆ, ਤੇ ਉਹਨਾਂ ਦਾ ਇਨਸਾਫ ਸਾਨੂੰ ਅੱਜ ਤੱਕ ਨਹੀਂ ਮਿਲਿਆ। ਤਾਂ ਉਸੇ ਲੜੀ ਦੇ ਤਹਿਤ ਚੱਲਦੇ ਆ, ਉਸੇ ਸਿਸਟਮ ਦੇ ਅੰਡਰ ਜਿਹੜੀਆਂ ਸਰਕਾਰਾਂ ਝੂਠੇ ਵਾਅਦੇ ਕਰਕੇ ਮੋਰਚਾ ਚੁਕਾ ਕੇ ਜਾਂਦੀਆਂ, ਚੱਕਣ ਵਾਲਿਆਂ ਨੇ ਤਾਂ ਸ਼ਾਇਦ ਨਾ ਸੋਚਿਆ ਹੋਵੇ, ਪਰ ਉਸ ਟਾਈਮ ਦੀ ਸੰਗਤ ਆ ਜਿਹੜੀ ਉੱਥੋਂ ਦਿਲੋਂ ਜੁੜੀ ਸੀ, ਜਿਹੜੀ ਇੱਕ ਭਾਵਨਾ ਰੱਖਦੀ ਸੀ ਵੀ ਇਹ ਮਹੀਨੇ 2 ਮਹੀਨਿਆਂ ਦੇ ਵਿੱਚ ਹੋਰ ਬੈਠਣ ਦੇ ਨਾਲ ਜਿਹੜਾ ਹੱਲ ਹੋ ਸਕਦਾ ਸੀ, ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਨਿਰਾਸ਼ਤਾ ਗਈ ਆ। ਤਾਂ ਜਿਹੜੀ ਲੜੀ ਤਹਿਤ ਅੱਜ ਉਹੀ ਨਿਰਾਸ਼ਤਾ ਤਹਿਤ ਹੋ ਸਕਦਾ ਮੈਨੂੰ ਵੀ ਦੇਖਦੇ ਹੋਣ, ਕਿਉਂਕਿ ਇੱਕ ਪਿਰਤ ਪੈ ਜਾਂਦੀ ਆ ਵੀ ਜਦੋਂ ਮੋਰਚਾ ਲੱਗ ਜਾਂਦਾ ਸਿਰੇ ਤੇ ਜਾ ਕੇ ਇਹਨੂੰ ਵੇਚਿਆ ਜਾਂਦਾ, ਤਾਂ ਉਹ ਚੀਜ਼ਾਂ ਪਿਰਤ ਜਦੋਂ ਸਾਡੀ ਕੌਮ 'ਚ ਇੱਕ ਨੈਰੇਟਿਵ ਸਿਰਜਿਆ ਜਾਂਦਾ, ਫਿੱਟ ਹੋ ਜਾਂਦਾ, ਤਾਂ ਉਹ ਲੜੀ ਤਹਿਤ ਹਰ ਇੱਕ ਲੋਕਾਂ ਦਾ ਜਾਂ ਹਰ ਇੱਕ ਸਿੱਖ ਸੰਗਤ ਦਾ ਦੇਖਣਾ ਸੁਭਾਵਿਕ ਹੋ ਜਾਂਦਾ। ਉਸੇ ਸੁਭਾਵਿਕ ਤਹਿਤ, ਉਸੇ ਨਿਗਾਹ ਤਹਿਤ ਉਹ ਸਾਨੂੰ ਵੀ ਦੇਖਦੇ ਹੋਣਗੇ ਵੀ ਇਹ ਵੀ ਉਸ ਤਰ੍ਹਾਂ ਨਾ ਕਰਨ, ਕਿਉਂਕਿ ਜਦੋਂ ਮੋਰਚਾ ਲਾਇਆ ਜਾਂਦਾ ਉਦੋਂ ਅਫਵਾਹਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਵੀ ਇਹ ਤਾਂ 10 ਦਿਨ ਚੱਲਣਾ, ਇਹ ਕਾਂਗਰਸ ਸਰਕਾਰ ਨਾਲ ਸੈਟਿੰਗ ਹੋ ਕੇ ਲੱਗਿਆ, ਕਿਉਂਕਿ ਕਾਂਗਰਸ ਦੀ ਸਰਕਾਰ ਸੀਗੀ, ਚੰਨੀ ਨੂੰ ਇਸ ਕਰਕੇ ਅੱਗੇ ਲਾਇਆ ਗਿਆ ਸੀ, ਕੈਪਟਨ ਨੇ ਕੁਛ ਕੀਤਾ ਨਹੀਂ ਸੀਗਾ। ਤਾਂ ਉਹ ਫਿਰ ਜਦੋਂ ਚੰਨੀ ਵਾਲਾ ਪੀਰੀਅਡ ਵੀ ਟੱਪ ਜਾਂਦਾ, ਇਲੈਕਸ਼ਨ ਕੋਡ ਲੱਗ ਜਾਂਦਾ, ਫਿਰ ਕਹਿੰਦੇ ਵੀ ਹੁਣ ਤਾਂ ਇਲੈਕਸ਼ਨ ਕੋਡ ਆ। ਉਹ ਇੱਥੋਂ ਬੰਦੇ ਵੀ ਆਉਂਦੇ ਆ, ਕਈ ਮਤਲਬ ਸੱਜਣ ਮਿੱਤਰ ਕਹਿੰਦੇ ਹੁਣ ਤਾਂ ਇਲੈਕਸ਼ਨ ਕੋਡ, ਹੁਣ ਕਿਹੜਾ ਸੁਣਨੀ ਹੈ ਕਿਸੇ ਨੇ, ਆਪਾਂ ਮਹੀਨਾ ਠਹਿਰ ਕੇ ਲਾ ਲਾਂਗੇ। ਸੋ ਵਾਹਿਗੁਰੂ ਨੇ ਸੇਵਾ ਬਖਸ਼ੀ ਆ, ਸਿੱਖ ਸੰਗਤ ਦਾ ਮੋਰਚਾ ਨਿਰੰਤਰ ਹੀ 16 ਦਸੰਬਰ ਤੋਂ ਲੈ ਕੇ ਅੱਜ ਤੱਕ ਚੱਲ ਰਿਹਾ, ਤੇ ਉਹਨਾਂ ਟਾਈਮ ਅਸੀਂ ਸ਼ਾਂਤਮਈ ਆ ਜਿੰਨਾ ਟਾਈਮ ਦਿੱਤਾ ਹੋਇਆ ਸਰਕਾਰ ਦਾ 3 ਮਹੀਨਿਆਂ ਦਾ ਸਮਾਂ ਦਿੱਤਾ ਸੀ ਨਵੀਂ ਸਰਕਾਰ ਨੇ, ਤਾਂ ਉਹਦੇ 'ਚੋਂ 2 ਮਹੀਨੇ ਕੁਝ ਕੁ ਦਿਨ ਟੱਪ ਗਏ ਆ। ਤਾਂ ਮੇਰੇ ਹਿਸਾਬ ਨਾਲ 22-23 ਦਿਨ ਪਿੱਛੇ ਰਹਿ ਗਿਆ, ਜਿਹੜਾ ਉਹਨਾਂ ਨੇ ਕਿਹਾ ਸੀ 22-23 ਦਿਨਾਂ ਦੇ ਵਿੱਚ ਮਸਲਾ ਹੱਲ ਕਰ ਦਿਆਂਗੇ। ਉਸ 22-23 ਦਿਨ ਤੱਕ ਅਸੀਂ ਸ਼ਾਂਤਮਈ ਰਹਿਣ ਦਾ ਯਤਨ ਕਰਾਂਗੇ, ਪਰ ਪੰਜਾਬ ਦੀਆਂ ਸਮੁੱਚੇ ਦੇਸ਼ ਦੀਆਂ ਸਿੱਖ ਸੰਗਤਾਂ ਜਿਹੜੀਆਂ ਦਰਦ ਰੱਖਦੀਆਂ ਬੇਅਦਬੀ ਦਾ, ਉਹ ਸਾਡੇ ਨਾਲ ਉਹ ਵੀ ਇਸ ਚੀਜ਼ ਨੂੰ ਹੁਣ ਚਾਹੁੰਦੇ ਆ ਲੋਕ ਕਿ ਯਾਰ ਅਸੀਂ ਸ਼ਾਂਤਮਈ ਬੈਠੇ 7 ਸਾਲ ਹੋ ਗਿਆ ਸਾਨੂੰ, ਉਹ ਵੀ ਉਸ ਗੱਲ ਦੇ ਲਈ ਜਿਹੜਾ ਸਾਰਾ ਕੁਝ ਸਾਹਮਣੇ ਆ, ਬੇਅਦਬੀ ਕਿਹਨੇ ਕੀਤੀ, ਕਿਹਨੇ ਕਰਾਈ, ਕਿਹਨੇ ਸਾਥ ਦਿੱਤਾ, ਕਿਹਨੇ ਗੋਲੀਆਂ ਚਲਾਈਆਂ, ਸਾਰਾ ਕੁਝ ਸਾਹਮਣੇ ਹੋਣ ਤੇ ਵੀ ਇਹ ਸਿਸਟਮ ਸਜ਼ਾ ਨਹੀਂ ਦੇ ਰਿਹਾ। ਤੇ ਜੇ ਕੋਈ ਆਮ ਅਣਸਖਾਵੀ ਘਟਨਾ ਕਿਸੇ ਦੇ ਪਰਿਵਾਰ 'ਚ ਵਾਪਰ ਜੇ, 19-21 ਕਿਸੇ ਦਾ ਕਤਲ ਜਾਂ ਕੋਈ ਸੱਟ ਫੇਟ ਵੱਜ ਜੇ, ਤਾਂ ਉਹਨੂੰ ਸਾਲਾਂ ਬੱਧੀ ਸਾਡੇ ਸਿੱਖ ਨੌਜਵਾਨਾਂ ਨੂੰ ਲਿਟਰੇਚਰ ਰੱਖਣ ਪ੍ਰਤੀ ਉਮਰ ਕੈਦ ਦੀਆਂ ਸਜ਼ਾਵਾਂ। ਡੇਰਾ ਪ੍ਰੇਮੀ ਦਾ ਕਤਲ ਹੋਇਆ, ਗੁਰਦੇਵ ਸਿੰਘ ਜਿਹੜਾ ਇਸ ਲੜੀ ਦੇ ਤਹਿਤ ਸੀਗਾ, ਉਹਦੇ ਦੋਸ਼ੀ ਕਿਸੇ ਨੂੰ ਪਤਾ ਨਹੀਂ ਸੀਗੇ ਕਿਹਨਾਂ ਨੇ ਕਤਲ ਕੀਤਾ, ਉਹ ਦੋਸ਼ੀ ਲੱਭ ਲਏ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਗਈ। ਪਰ ਜਿਹੜੀ ਲੜੀ ਤਹਿਤ ਤੋਂ ਸ਼ੁਰੂ ਹੋਇਆ ਸੀ ਕੰਮ, ਉਹ ਅੱਜ ਵੀ ਅਸੀਂ ਧਰਨੇ ਲਾ ਕੇ, ਅਸੀਂ ਮੁਜ਼ਾਹਰੇ ਕਰਕੇ ਉਹਨਾਂ ਨੂੰ ਦੱਸ ਰਹੇ ਹਾਂ ਕਿ ਸਾਡੇ ਗੁਰੂ ਦੀ ਬੇਅਦਬੀ ਹੋਈ ਹੈ, ਸਾਡੇ ਗੁਰੂ ਦੀ ਬੇਅਦਬੀ ਦਾ ਇਨਸਾਫ ਕਰਨ ਵਾਸਤੇ ਤੁਸੀਂ ਫਲਾਣੇ ਬੰਦਿਆਂ ਨੂੰ ਸਜ਼ਾ ਦਿਓ, ਉਹ ਨਹੀਂ ਦਿੱਤੀਆਂ ਜਾ ਰਹੀਆਂ। ਸੋ ਇਹ ਦੂਰਾ ਮਾਪਦੰਡ ਇਸ ਸਟੇਟ ਵੱਲੋਂ, ਇਸ ਸਿਸਟਮ ਵੱਲੋਂ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ,
ਤੇ ਹੁਣ ਜਿਹੜਾ ਉਹਨਾਂ ਦਾ ਥੋੜਾ ਸਮਾਂ ਰਹਿ ਗਿਆ ਉਹਨਾਂ ਟਾਈਮ ਆਪਾਂ ਸ਼ਾਂਤਮਈ ਹਾਂ। ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਉਹਨਾਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਸਿੱਖ ਸੰਗਤ ਰੂਪੀ ਮੋਰਚਾ, ਸੰਗਤ ਦਾ ਮੋਰਚਾ, ਵਾਹਿਗੁਰੂ ਨੇ ਸੇਵਾ ਲਾਈ, ਆਪਾਂ ਬੈਠੇ ਹਾਂ ਪਰ ਸੰਗਤ ਦੇ ਆਸਰੇ ਨਾਲ ਹੀ ਆ ਤੇ ਸੰਗਤ ਦੇ ਸਹਿਯੋਗ ਨਾਲ, ਤੇ ਸੰਗਤ ਦੇ ਵਿੱਚ ਹੀ ਫੈਸਲੇ ਹੋਣੇ ਆ। ਕੋਈ ਬੰਦ ਕਮਰਾ ਮੀਟਿੰਗਾਂ ਤੇ ਕੋਈ ਸਮਝੌਤੇ ਨਹੀਂ ਹੋਣਗੇ ਆਪਣੇ। ਬਿਲਕੁਲ ਜੋ ਹੋਊਗਾ ਪੰਜਾਬ ਦੇ ਲੋਕਾਂ ਦੇ ਲਈ ਚੰਗਾ ਹੀ ਹੋਊਗਾ, ਉਹਨਾਂ ਦਰਦ ਰੱਖਣ ਵਾਲਿਆਂ ਲਈ ਚੰਗਾ। ਕਿਉਂਕਿ ਇੱਕ ਸਿੰਪਲ ਜੀ ਗੱਲ ਆ, ਜੇ ਅਸੀਂ ਸਰਕਾਰ ਨੂੰ ਕਿਸੇ ਚੀਜ਼ ਪ੍ਰਤੀ ਚਿੰਤਿਤ ਕਰਨਾ ਹੋਵੇ ਨਾ ਤੇ ਸਾਨੂੰ ਥੋੜਾ ਰੋਹ ਦਿਖਾਉਣਾ ਪੈਂਦਾ, ਜਾਂ ਜੇ ਆਪਾਂ ਸਾਡੇ ਗੁਰੂ ਦੀ ਬੇਅਦਬੀ ਹੋ ਗਈ ਆ ਤੇ ਸਾਡੀ ਇਦੋਂ ਵੱਡੀ ਮੌਤ ਹੋਰ ਕੀ ਹੋ ਸਕਦੀ ਆ। ਮਿੱਟੀ ਲੈ ਕੇ ਤੁਰੇ ਫਿਰਦੇ ਸਾਡਾ ਕੀ ਫਾਇਦਾ ਉਹਦੇ ਨਾਲੋਂ। ਅਸੀਂ ਆਪਣੇ ਆਪ ਨੂੰ ਵਾਰ ਕੇ ਅਸੀਂ ਉਦਾਂ ਦਾ ਪ੍ਰੋਟੈਸਟ ਲਿਖੀਏ। ਜੇ ਸਾਡੇ ਨਿੱਜ ਤੇ ਗੱਲ ਆਉਂਦੀ ਆ, ਦੇਸ਼ ਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਬਣਾਏ ਗਏ ਆ, ਸਾਡੇ ਨਿੱਜ ਤੇ ਗੱਲ ਸੀ, ਇੱਥੇ ਸਾਡੇ ਸਿੱਖ ਫਲਸਫੇ ਦੀ ਸਾਡੀ ਹੋਣ ਦੀ ਗੱਲ ਹੈ। ਅਸੀਂ ਨਿੱਜ ਨੂੰ ਅੱਗੇ ਰੱਖ ਕੇ ਦਿੱਲੀ ਸਰਕਾਰਾਂ ਨੂੰ ਮਜਬੂਰ ਕਰਤਾ ਉਸ ਫੈਸਲੇ ਲਈ, ਤਾਂ ਕੀ ਇੱਕ ਸਟੇਟ ਦੀ, ਇੱਕ ਸੂਬੇ ਦੀ ਸਰਕਾਰ ਨੂੰ ਅਸੀਂ ਆਪਣੇ ਗੁਰੂ ਦੇ ਇਨਸਾਫ ਵਾਸਤੇ ਜਾਂ ਜਿਹੜਾ ਦੁਖਾਂਤ ਪੰਜਾਬ ਦੇ ਵਿੱਚ ਘਟਨਾਕ੍ਰਮ ਵਾਪਰਿਆ ਉਹਦੇ ਲਈ ਇਕੱਠੇ ਨਹੀਂ ਹੋ ਸਕਦੇ। ਸੋ ਅਸੀਂ ਹਰ ਇੱਕ ਸਿੱਖ ਜਥੇ ਪਹੁੰਚ ਕਰ ਰਹੇ ਹਾਂ ਤੇ ਕਰਾਂਗੇ ਵੀ ਇਕੱਠੇ ਹੋ ਕੇ ਇੱਕ ਉਸ ਤੋਂ ਬਾਅਦ ਵੱਡਾ ਪ੍ਰੋਗਰਾਮ ਜਿਹੜਾ ਪੂਰੇ ਪੰਜਾਬ ਦਾ। ਅੱਛਾ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ 193 ਦਿਨ ਚੱਲੇ ਮੋਰਚੇ ਨੂੰ ਕਿਤੇ ਨਾ ਕਿਤੇ ਛਲ ਕੀਤਾ ਗਿਆ, ਧੋਖਾ ਕੀਤਾ ਗਿਆ, ਝੂਠੇ ਭਰੋਸੇ ਦੇ ਕੇ ਤੇ ਉਸ ਮੋਰਚੇ ਨੂੰ ਖਤਮ ਕਰਾ ਦਿੱਤਾ ਗਿਆ। ਹੁਣ ਜਿਹੜੀ ਗੱਲ ਤੁਹਾਡੇ ਨਾਲ ਪ੍ਰਸ਼ਾਸਨ ਕਰੂਗਾ, ਸਮੇਂ ਦੇ ਜਿਹੜੇ ਹਾਕਮ ਨੇ, ਮੌਜੂਦਾ ਸਰਕਾਰ ਦੇ ਜਿਹੜੇ ਇਸ ਵਕਤ ਮੁੱਖ ਮੰਤਰੀ ਨੇ ਜਾਂ ਉਹਨਾਂ ਦੀ ਇੱਕ ਨੁਮਾਇੰਦਾ ਟੀਮ ਤੁਹਾਡੇ ਕੋਲ ਆਏ, ਕਿੰਨੇ ਕੁ ਚੌਂਕ ਹੋ ਕਿ ਇਸ ਵਾਰ ਮੈਂ ਸਿਰਫ ਭਰੋਸਿਆਂ ਤੇ ਨਹੀਂ ਉੱਠ ਕੇ ਜਾਣਾ? ਅਸੀਂ ਉਹਨਾਂ ਨੇ 3 ਮਹੀਨੇ ਦਾ ਸਮਾਂ ਦਿੱਤਾ ਸੀ ਤੇ ਆਏ ਮਹੀਨੇ ਬਾਅਦ ਉਹਨਾਂ ਨੇ ਅਪਡੇਟ ਦੇਣੀ ਸੀ ਵੀ ਕੇਸ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ, ਕੀ ਪ੍ਰੋਗਰੈਸ ਹੋ ਰਹੀ ਹੈ। 2 ਮਹੀਨੇ ਸਮਾਂ ਲੰਘ ਗਿਆ ਉਹਨਾਂ ਦਾ। ਆ ਜਿਹੜੇ ਹੁਣ 10 ਤਰੀਕ ਨੂੰ ਆ ਕੇ ਗਏ ਸੀ, ਉਸ ਦਿਨ ਅਸੀਂ ਮੀਡੀਆ 'ਚ ਵੀ ਤੇ ਵੈਸੇ ਵੀ ਉਹਨਾਂ ਨੂੰ ਅਸੀਂ ਓਪਨਲੀ ਕਹਿਤਾ ਸੀ ਬਈ ਇਸ ਤੋਂ ਅੱਗੇਲੇ ਵਾਰ ਤੁਸੀਂ ਨਹੀਂ ਆਉਣਾ, ਕਿਉਂਕਿ ਜੇ ਤੁਸੀਂ ਨਹੀਂ ਕੁਝ ਕਰੋਗੇ ਸਾਨੂੰ ਪਤਾ ਵੀ ਤੁਸੀਂ ਨਹੀਂ ਆਉਣਾ। ਤੇ ਸਾਡੇ ਸਵਾਲ ਇਹ ਆ ਵੀ ਤੁਸੀਂ ਜੇ ਕੁਝ ਕਰਕੇ ਆਓਗੇ ਤਾਂ ਇੱਥੋਂ ਸੰਗਤ ਤੁਹਾਨੂੰ ਇੱਕ ਰੋਲ ਮਾਡਲ ਦੇ ਤੌਰ ਤੇ, ਇੱਕ ਪ੍ਰਫੁੱਲਤਾ ਦੇ ਤੌਰ ਤੇ ਤੁਹਾਨੂੰ ਨਵਾਜੂਗੀ, ਸਿੱਖ ਕੌਮ ਤੁਹਾਨੂੰ ਮਾਣ ਬਖਸ਼ੂਗੀ ਕਿ ਤੁਸੀਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ, ਕਿ ਤੁਸੀਂ ਉਹ ਫੈਸਲੇ ਲਏ ਆ ਜਿਹੜੇ ਪੰਜਾਬ ਦੇ ਲੋਕਾਂ ਨੂੰ ਚਾਹੀਦੇ ਆ। ਜੇ ਤੁਸੀਂ ਨਹੀਂ ਆ ਰਹੇ ਹੋ, ਜੇ ਤੁਸੀਂ ਗਲਤ ਕਰ ਰਹੇ ਹੋ ਤਾਂ ਉਹਨਾਂ ਦਾ ਇਹ ਕਹਿਣਾ ਸੀ, ਕਹਿੰਦੇ ਪਹਿਲੀ ਗੱਲ ਤਾਂ ਅਸੀਂ ਗੁਰੂ ਮੂਹਰੇ ਆਪਦਾ ਮੁੱਖ ਲੈ ਕੇ ਨਹੀਂ ਜਾ ਸਕਦੇ, ਅਸੀਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਆ, ਅਸੀਂ ਸਰਕਾਰ ਤੋਂ ਬਾਗੀ ਹੋ ਕੇ ਤੁਹਾਡੇ ਨਾਲ ਬੈਠਾਂਗੇ। ਪਰ ਮੈਂ ਉਹਨਾਂ ਨੂੰ ਫਿਰ ਵੀ ਕਹਤਾ ਮੈਂ ਤੁਹਾਡੇ ਬੈਠਣ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ। ਬੈਠੇ ਤਾਂ ਸਾਡੇ ਕੋਲ ਹੋਰ ਵੀ ਬਹੁਤ ਆ ਕੇ ਸੀ, ਉਹਨਾਂ ਨਾਲ ਨਹੀਂ, ਪਰ ਸਰਕਾਰ ਨੂੰ ਸੁਨੇਹਾ ਲਾ ਦਿਓ ਵੀ ਸ਼ਾਂਤਮਈ ਚੱਲੇ ਆਉਂਦੇ 7 ਸਾਲ ਹੋ ਗਏ ਆ, ਇਸ ਤੋਂ ਬਾਅਦ ਸ਼ਾਂਤਮਈ ਨਹੀਂ ਆ। ਸਰਕਾਰ ਇਸ ਦਾ ਖਮਿਆਜਾ ਭੁਗਤਣ ਲਈ ਤਿਆਰ ਰਵੇ। ਅਸੀਂ ਪੰਜਾਬ ਦੇ ਵਿੱਚ ਪੂਰੇ ਵੱਡੇ ਪੱਧਰ ਤੇ ਉੱਦਾਂ ਦਾ ਪ੍ਰੋਟੈਸਟ ਲਿਖਾਂਗੇ ਜਿਹਦੇ ਵਿੱਚ ਪੰਜਾਬ ਦਾ ਨੌਜਵਾਨ ਚਾਹੁੰਦਾ ਕਿ ਸਰਕਾਰ ਦੇ ਨਾਲ ਧਿਰ ਬਣ ਕੇ ਟੱਕਰੀਏ, ਤਾਂ ਜਾ ਕੇ ਸਾਨੂੰ ਇਨਸਾਫ ਮਿਲੂਗਾ, ਨਹੀਂ ਡਾਂਗਾ ਤੇ ਸੋਟੀਆਂ ਸਾਨੂੰ ਹਮੇਸ਼ਾ ਹੀ ਮਿਲਦੀਆਂ ਆਈਆਂ। ਕੀ ਲੱਗਦਾ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੀਗਾ ਪਿਛਲੇ ਦਿਨੀ? ਮੈਂ ਇੱਕ ਉਸ ਜਾਂਚ ਟੀਮ ਦੇ ਇੱਕ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਆ, ਸਰਦਾਰ ਸਤਪਾਲ ਸਿੰਘ ਹੋਣਾ ਨੇ, ਉਹਨਾਂ ਨੇ ਇੱਕ ਗੱਲ ਵਿੱਚ ਕਹੀ ਸੀ ਵੀ ਇਹ ਸਟੇਟ ਵਰਸਸ ਨਹੀਂ ਹੋਣਾ ਚਾਹੀਦਾ ਕੇਸ, ਇਹ ਸਿੱਖ ਵਰਸਸ ਹੋਣਾ ਚਾਹੀਦਾ। ਪਰ ਕੀ ਲੱਗਦਾ, ਇਜ਼ ਇਟ ਪੋਸੀਬਲ ਕੀ ਕਾਨੂੰਨ ਦੇ ਵਿੱਚ ਐਸਾ ਕੋਈ ਵਿਧਾਨ ਹੈਗਾ ਵਾ ਕਿ ਸਟੇਟ ਵਰਸਸ ਨਾ ਹੋ ਕੇ ਸਿੱਖ ਵਰਸਸ ਹੋ ਜੇ? ਮੈਂ ਦੱਸਦਾ ਜੀ, ਇਹ ਜਦੋਂ ਕੋਈ ਮਿਸਾਲ ਅੱਜ ਤੱਕ ਇਸ ਤੋਂ ਪਹਿਲਾਂ ਹੋਈ ਹੋਵੇ? ਇੱਕ ਗੱਲ ਇਹ ਆ ਵੀ ਜਿੰਨੇ ਵੀ ਪੋਲੀਟੀਸ਼ੀਅਨ ਆ ਜਦੋਂ ਕੁਰਸੀ ਤੇ ਬਹਿੰਦੇ ਨਹੀਂ ਨਾ ਬਾਈ, ਇਹਨਾਂ ਦੀਆਂ ਇੰਟਰਵਿਊਆਂ ਕੱਢ ਕੇ ਵੇਖਿਓ, ਇਹ ਤੁਹਾਨੂੰ ਤੁਹਾਡੇ ਅੰਦਰ ਵੜ ਕੇ ਇੱਕ ਇਦਾਂ ਦੀਆਂ ਗੱਲਾਂ ਕਰ ਜਾਣਗੇ ਵੀ ਇਹ ਵਾਕਈ ਜੇ ਕੁਰਸੀ ਤੇ ਬਹਿ ਗਿਆ ਸਾਡਾ ਸਵਾਰ ਦੂ। ਬਿਲਕੁਲ ਠੀਕ। ਅਸੀਂ ਸੋਚਦੇ ਹਾਂ ਭਗਵੰਤ ਮਾਨ MP ਸੀ, ਸਾਡੀਆਂ ਗੱਲਾਂ ਕਰਦਾ ਸੀ, ਅਸੀਂ ਕਹਿੰਦੇ ਸੀ ਵੀ ਵਾਕਈ ਚੰਗਾ ਬੰਦਾ। ਕੇਜਰੀਵਾਲ ਇੱਥੇ ਆਉਂਦਾ, ਉਹਦੀ ਕੰਪੇਨ ਦੇ ਉੱਤੇ ਆਉਂਦੇ ਆ, ਕਮਰ ਵਿਜੇ ਪ੍ਰਤਾਪ ਨੂੰ ਵੀ ਜੁਆਇਨਿੰਗ ਕਰਾਉਂਦੇ ਆ, ਉਹ ਇੱਕ ਇਨਵੈਸਟੀਗੇਸ਼ਨ ਅਧਿਕਾਰੀ ਹੁੰਦਾ, ਉਹਦਾ ਹਵਾਲਾ ਦੇ ਕੇ ਚੰਨੀ ਨੂੰ ਕਹਿੰਦੇ ਆ ਕਿ CM ਚੰਨੀ ਸਾਹਿਬ ਵੀ 24 ਘੰਟੇ ਦੇ ਵਿੱਚ ਕਮਰ ਵਿਜੇ ਪ੍ਰਤਾਪ ਦੀ ਰਿਪੋਰਟ ਪੜ੍ਹੋ ਤੇ ਮਸਲੇ ਦਾ ਹੱਲ ਹੋ ਸਕਦਾ ਜੇ ਤੁਸੀਂ ਕਰਨਾ ਚਾਹੋ। ਤਾਂ ਮੈਂ ਅੱਜ ਉਹੀ ਇਹਨਾਂ ਸਿਸਟਮ 'ਚ ਵੱਜੇ ਲੋਕਾਂ ਨੂੰ ਦੱਸਦਾ ਕਿ ਤੁਸੀਂ ਜਦੋਂ ਕੁਰਸੀ ਤੇ ਬਹਿ ਗਏ, ਹੁਣ ਤੁਹਾਨੂੰ ਦਿਸਣੋਂ ਹਟ ਗਿਆ, ਹੁਣ 24 ਘੰਟੇ ਘੜੀ ਖਰਾਬ ਹੋ ਗਈ ਆ, ਭਗਵੰਤ ਮਾਨ ਦੇ ਬੋਲ ਬੰਦ ਹੋ ਗਏ ਆ। ਜਿਹੜਾ ਕਹਿੰਦਾ ਸੀ ਵੀ ਗੁਰੂ ਦੀ ਬੇਅਦਬੀ ਦਾ ਇਨਸਾਫ ਆ ਜਿਹੜਾ ਅਸੀਂ ਕਰਾਂਗੇ, ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ। 14 ਅਪ੍ਰੈਲ 2021 ਦੀ ਇੱਕ ਉਹਨਾਂ ਦੀ ਇੰਟਰਵਿਊ ਕੱਢ ਕੇ ਦੇਖਿਓ, ਪ੍ਰੈਸ ਕਾਨਫਰੰਸ ਆ ਚੰਡੀਗੜ੍ਹ ਦੀ ਆ, ਜਿਸ 'ਚ ਕਮਰ ਵਿਜੇ ਪ੍ਰਤਾਪ ਦਾ ਨਾਂ ਲੈਂਦੇ ਆ ਕਿ ਇੱਕ ਹੌਨੈਸਟ ਆਫੀਸਰ ਆ, ਇੱਕ ਇਮਾਨਦਾਰ ਆਫੀਸਰ ਆ ਜਿਹੜਾ ਕੈਪਟਨ ਦੇ ਮੂੰਹ ਤੇ ਅਸਤੀਫਾ ਮਾਰ ਕੇ ਆ ਗਿਆ ਵੀ ਉਹਨੇ ਕੁਛ ਕੀਤਾ ਨਹੀਂ ਆ। ਅੱਜ ਉਹ ਇੱਕ ਆਫੀਸਰ ਤੁਹਾਡੇ ਵਿੱਚ ਆ ਜਿਹਦੀ ਜਾਂਚ ਤੇ ਕੇਸ ਚੱਲ ਰਹੇ ਆ, ਅੱਜ ਤੁਹਾਡਾ ਅਧਿਕਾਰੀ ਵੀ ਆ, ਜਿੱਤਿਆ ਹੋਇਆ MLA ਵੀ ਆ, ਤੇ ਕੰਨੀ ਤੇ ਤੁਸੀਂ ਉਹਨੂੰ ਵੀ ਲਾਇਆ ਹੋਇਆ, ਉਹ ਵੀ ਤੁਹਾਨੂੰ ਚਿੱਠੀਆਂ ਲਿਖੀ ਜਾਂਦਾ, ਉਹ ਵੀ ਤੁਹਾਨੂੰ
ਬੋਲ ਕੇ ਕਹੀ ਜਾਂਦਾ ਵੀ ਤੁਸੀਂ ਬਾਬਲ ਕਲਾਂ ਗੋਲੀ ਕਾਂਡ ਦਾ ਹੱਲ ਕਰੋ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਪੰਜਾਬ ਗਵਰਨਮੈਂਟ ਦੇ ਉੱਤੇ ਕੋਈ ਹੋਰ ਪ੍ਰੈਸ਼ਰ ਹੈ ਉੱਪਰ? ਬਿਲਕੁਲ, ਇਸ ਸਿਸਟਮ ਚੋਂ ਜਿਹੜੀਆਂ ਸਰਕਾਰਾਂ ਨਿਕਲਦੀਆਂ ਉਹ ਉਹਨਾਂ ਦੇ ਅੰਡਰ ਹੀ ਚੱਲਦੀਆਂ। ਜਿਵੇਂ ਸਤਪਾਲ ਸਿੰਘ ਉਹਨਾਂ ਨੇ ਗੱਲ ਕੀਤੀ ਸੀ ਨਾ ਵੀ ਸਿੱਖ ਵਰਸਸ ਹੋਣਾ ਚਾਹੀਦਾ। ਵੱਖਰੀ ਗੱਲ ਹੈ ਕਿ ਸੀਐਮ ਆ ਜਿਹੜਾ ਇੱਕ ਦੇਸ਼ ਦੇ ਅੰਦਰ ਚੱਲਦਾ, ਪਰ ਕਿਤੇ ਨਾ ਕਿਤੇ ਧਰਮ ਨੂੰ ਵੀ ਬਿਲੋਂਗ ਕਰਦਾ, ਇੱਕ ਇਨਸਾਨੀਅਤ ਤੌਰ ਤੇ ਨਾਮ ਦੇ ਨਾਲ ਸਿੰਘ ਵੀ ਲੱਗਦਾ, ਤੇ ਉਹ ਇੱਕ ਸਿੱਖ ਦੇ ਪਿੱਛੇ ਵਜੋਂ ਵੇਖ ਕੇ ਜੇ ਗੱਲ ਕਰੂਗਾ ਤਾਂ ਮੈਂ ਸਮਝਦਾ ਛੇਤੀ ਹੱਲ ਹੋ ਸਕਦਾ। ਕਿਤੇ ਨਾ ਕਿਤੇ ਸਤਪਾਲ ਸਿੰਘ ਜਿਹੜੀ ਹੈ ਉਸ ਵਕਤ ASI ਦੇ ਰੈਂਕ ਦੇ ਉੱਤੇ ਸੀ, ਉਸ ਜਾਂਚ ਟੀਮ ਦਾ ਹਿੱਸਾ ਸੀ। ਉਹਨਾਂ ਦੀ ਇੰਟਰਵਿਊ ਤੁਸੀਂ ਸੁਣੀ ਹੋਏਗੀ। ਕੀ ਲੱਗਦਾ ਕਿ ਉਹ ਗੱਲਾਂ ਸੱਚ ਕਹਿਣ ਡੇ? ਦੇਖੋ, ਜਿੱਦਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਤਾਂ ਉਹ ਤਕਰੀਬਨ ਹੂ ਸਾਡੇ ਕੋਲ ਮੈਂ ਪਹਿਲਾਂ ਮਿਲਿਆ ਨਹੀਂ ਸੀ ਕਦੇ। ਇਨਵੈਸਟੀਗੇਸ਼ਨ ਦੇ ਵਿੱਚ ਜਿੰਨਾ ਕੁ ਵਿਚਰੇ ਆ, ਉਹ ਜਿਹੜੇ ਤੱਥ ਉਹਨਾਂ ਨੇ ਇੰਟਰਵਿਊ 'ਚ ਰੱਖੇ ਤੇ ਉਹ ਹੂ ਹੈਗੇ ਆ, ਉਹ ਗੱਲਬਾਤ ਹੈਗੀ ਆ। ਪਰ ਮੈਂ ਕਹਿਣਾ ਚਾਹਣਾ ਭਾਈ ਸਾਹਿਬ ਨੂੰ, ਉਹਨਾਂ ਨੂੰ, ਸਤਪਾਲ ਸਿੰਘ ਹੋਣਾ ਨੂੰ, ਵੀ ਜੇ ਇੰਨਾ ਟਾਈਮ ਤੁਸੀਂ ਮਤਲਬ ਐਡਾ ਦਰਦ ਲੈ ਕੇ ਤੁਰੇ ਫਿਰਦੇ ਹੋ ਤਾਂ ਜ਼ਰੂਰ ਤੁਹਾਨੂੰ ਉਹ ਤੁਹਾਡੇ ਬਿਆਨ ਕਲਮਬੰਦ ਹੋਣੇ ਚਾਹੀਦੇ ਆ। ਤਾਂ ਕੋਸ਼ਿਸ਼ ਮੈਂ ਵੀ ਕਰਾਂਗਾ, ਮਤਲਬ ਜਿਹੜੀ ਟੀਮ ਸਾਡੇ ਕੋਲੇ ਆਉਂਦੀ ਹੈ ਅਸੀਂ ਉਹਨਾਂ ਨੂੰ ਕਹਿ ਸਕੀਏ ਵੀ ਸਾਡੇ ਕੋਲੇ ਵੀ ਤੁਹਾਡੇ ਮਤਲਬ ਉਸ ਟਾਈਮ ਉਸ ਤੋਂ ਵੱਡੀ ਗਵਾਹੀ ਕੀ ਹੋ ਜੂਗੀ ਬਾਈ। ਬਿਲਕੁਲ, ਜਿਹੜਾ ਮੌਕੇ ਦੀ ਜਾਂਚ ਟੀਮ ਦਾ ਅਧਿਕਾਰੀ ਵਿੱਚ ਤੁਸੀਂ ਗੋਲੀਆਂ ਚਲਾਉਣ ਵਾਲੇ ਹੋ, ਤੁਹਾਡੇ ਨਾਲ ਹੈ, ਤੇ ਜੇ ਉਹ ਦੱਸੇ ਤਾਂ ਫਿਰ ਉਦੋਂ ਵੱਡੀ ਗਵਾਹੀ ਕੀ ਹੋ ਸਕਦੀ ਆ? ਕਹਿਣ ਤੋਂ ਭਾਵ ਜਿਵੇਂ ਕਹਦੀ ਨੇ ਵੀ ਗੋਲੀ ਮਾਰਨ ਵਾਲਾ ਖੁਦ ਕਹਿ ਦੇ ਵੀ ਮੈਂ ਮਾਰੀ ਆ, ਤਾਂ ਉਦੋਂ ਵੱਡੀ ਤਾਂ ਗੱਲ ਹੀ ਨਹੀਂ ਨਾ ਹੁੰਦੀ। ਜਾਂ ਜਿਹਦੇ ਵੱਜੀ ਹੋਵੇ ਉਹ ਕਹਦੇ ਵੀ ਮੇਰੇ ਇਹਨੇ ਗੋਲੀ ਮਾਰੀ ਆ, ਉਹ ਗਵਾਹੀ, ਇਹ ਚੀਜ਼ਾਂ ਮੈਨੇ ਰੱਖਦੀਆਂ। ਤਾਂ ਮੈਂ ਜ਼ਰੂਰ ਉਹ ਭਗਵੰਤ ਮਾਨ ਸਰਕਾਰ ਨੂੰ ਤੇ ਜਿਹੜੇ ਉਹ ਟੀਮ ਕੰਮ ਕਰ ਰਹੀ ਉਹਨਾਂ ਨੂੰ ਵੀ ਉਹਨਾਂ ਤੱਕ ਪਹੁੰਚ ਕਰਨ ਤੇ ਉਹਨਾਂ ਦੇ ਬਿਆਨਾਂ ਨੂੰ ਕਲਮਬੰਦ ਕੀਤਾ ਜਾਵੇ, ਕਿਉਂਕਿ ਜਿਹੜੇ ਸੱਚ ਬੋਲਣ ਵਾਲੇ ਬੰਦੇ ਆ ਤੇ ਉਹਨਾਂ ਦੇ ਪਿੱਛੇ ਸਿਸਟਮ ਇਸ ਤਰ੍ਹਾਂ ਪੈ ਜਾਂਦਾ, ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ ਬਹੁਤ ਪ੍ਰੋਪੋਗੰਡੇ ਬਣਾਉਂਦਾ। ਸਾਡੇ ਸਾਹਮਣੇ ਇੱਕ ਨੌਜਵਾਨ ਹੁਣ ਗਿਆ, ਥੋੜੀ ਜੀ ਗੱਲ ਮੈਂ ਪਾਸੇ ਹੋ ਕੇ ਕਰ ਰਿਹਾ, ਪਰ ਉੱਥੇ ਇੱਕ ਉਦਾਹਰਨ ਦੇ ਰਿਹਾ ਤੁਹਾਨੂੰ। ਇੱਕ ਗਾਇਕ ਨੌਜਵਾਨ ਦੀ ਮੌਤ ਹੁੰਦੀ ਆ, ਪੰਜਾਬ ਸਰਕਾਰ ਆਪਣਾ ਬਚਾਅ ਪੱਖ ਦੇ ਲਈ ਇੰਨਾ ਕੁ ਕਹਿੰਦੇ ਵੀ ਤਕੜੀ ਇਨਵੈਸਟੀਗੇਸ਼ਨ ਕਰ ਰਹੀ ਹੈ, ਅਨੇਕਾਂ ਨੌਜਵਾਨਾਂ ਨੂੰ ਚੱਕ ਰਹੀ ਹੈ, ਗੈਂਗਸਟਰਾਂ ਦੇ ਨਾਮ ਤੇ ਵੀ ਚੱਕ ਰਹੀ ਆ। ਹੋ ਸਕਦਾ ਸਹੀ ਹੋਣ ਜਾਂ ਗਲਤ ਹੋਣ, ਉਹ ਸਾਨੂੰ ਨਹੀਂ ਪਤਾ, ਪਰ ਉੱਥੇ ਇੱਕ ਵਿਸ਼ਾ ਇਹ ਹੁੰਦਾ ਕਿ ਉਹ ਜਿੰਨੇ ਵੀ ਨੌਜਵਾਨ ਸਾਹਮਣੇ ਲਿਆਂਦੇ ਗਏ ਆ, ਉਹ ਕਿਸੇ ਕੈਮਰੇ 'ਚ ਬੰਦ ਨਹੀਂ ਸੀਗੇ, ਕਿਸੇ ਨਾਲ ਉਹਨਾਂ ਦੀ ਫੋਟੋ ਨਹੀਂ ਸੀਗੀ, ਇੱਕ ਨਾਮ ਜ਼ਰੂਰ ਉਹਨਾਂ ਦਾ ਮੌਕੇ ਦਾ ਚਸ਼ਮਦੀਦ ਗਵਾਹ ਨਹੀਂ, ਕੋਈ ਗਵਾਹ ਨਹੀਂ। ਇੱਥੇ CCTV ਵੀ ਆ, ਵਰਦੀ ਵਾਲੇ, ਬੈਚ ਨੰਬਰ ਵਾਲੇ, ਨੰਬਰਾਂ ਵਾਲੇ ਬੰਦੇ ਨੇ ਗੋਲੀਆਂ ਚਲਾਈਆਂ, ਅਸਲੇ ਉਹਨਾਂ ਦੇ ਵਰਤੇ ਗਏ ਆ। ਉਹਨਾਂ ਦੇ ਬਿਆਨਾਂ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ ਗੋਲੀਆਂ ਚਲਾਈਆਂ, ਇੰਨੀਆਂ ਗੋਲੀਆਂ ਚਲਾਈਆਂ, ਇੱਥੇ ਉਹਨਾਂ ਨੇ ਝੂਠੇ ਮਤਲਬ ਆਪਦੇ ਸਬੂਤ ਬਣਾਏ ਆ, ਉਹ ਮੰਨੇ ਹੋਇਆ। ਤੇ ਸਰਕਾਰ ਫਿਰ ਵੀ ਨਹੀਂ ਇੱਥੇ ਕੁਝ ਕਰ ਰਹੀ, ਹਾਲਾਂਕਿ ਜਿਹੜੇ ਅਣਪਛਾਤੇ ਸੀ ਉਹਨਾਂ ਨੂੰ ਪਛਾਣ ਕੇ ਉਹਨਾਂ ਤੇ ਕਰਨ ਦੀ ਕੋਸ਼ਿਸ਼ ਜਿਹੜੀ ਬਹੁਤ ਤਕੜੀ ਹੋ ਰਹੀ ਹੈ। ਤੇ ਇੱਥੇ ਗੁਰੂ ਦੀ ਬੇਅਦਬੀ ਦਾ ਮਸਲਾ ਹੋਵੇ, ਸ਼ਾਂਤਮਈ ਸਿੰਘਾਂ ਤੇ ਗੋਲੀਆਂ ਚੱਲੀਆਂ ਹੋਣ, ਗੋਲੀਆਂ ਚਲਾਉਣ ਵਾਲੇ ਖੁਦ ਮੰਨੇ ਹੋਣ, ਉੱਤੋਂ ਉਹਨਾਂ ਦੇ ਬਿਆਨ ਆਏ ਹੋਣ ਅਸੀਂ CM ਦੇ ਕਹਿਣ ਤੇ ਗੋਲੀਆਂ ਚਲਾਈਆਂ, ਤੇ ਤਾਂ ਵੀ ਕੁਝ ਨਹੀਂ ਹੋ ਰਿਹਾ ਹੋਵੇ, ਤਾਂ ਇਦੋਂ ਉੱਤੇ ਹੋਰ ਧੱਕਾ ਕੀ ਹੋ ਸਕਦਾ? ਆਪਣੇ ਆਪ ਦੇ ਵਿੱਚ ਸ਼ਾਇਦ ਉਹ ਸਤਪਾਲ ਸਿੰਘ ਜੀ ਨਾਲ ਵੀ ਇੰਟਰਵਿਊ 'ਚ ਗੱਲ ਹੋਇਆ ਵੀ ਸ਼ਾਇਦ ਇਹ ਆਪਣੇ ਆਪ 'ਚ ਪਹਿਲਾ ਕੇਸ ਆ ਹਿੰਦੁਸਤਾਨ ਦਾ ਜਿੱਥੇ ਅਣਪਛਾਤੀ ਪੁਲਿਸ, ਇਹ ਕਿੱਦਾਂ ਦੀ ਵੀ ਪੁਲਿਸ ਵੀ ਜੇ ਅਣਪਛਾਤੀ ਆ ਤੇ ਫਿਰ ਕਾਹਦਾ ਗ੍ਰਹਿ ਮੰਤਰੀ, ਕਾਹਦਾ DGP? ਇੱਕ ਪੁਲਿਸ ਅਧਿਕਾਰੀ ਜੇ ਆਪਾਂ ਕਹੀਏ ਨਾ ਸਾਈਨ ਵੀ ਕਰਨੇ ਆ ਤਾਂ ਉਹ ਆਪਣੇ ਉੱਪਰਲੇ ਤੋਂ ਪੁੱਛੇ ਬਿਨਾਂ ਨਹੀਂ ਕਰਦਾ ਵੀ ਸਾਰੇ ਤੇ ਸਾਈਨ ਹੋ ਜਾਣ ਕਿ ਨਾ ਵੀ ਕਰਨੇ ਆ ਕਿ ਨਹੀਂ ਕਰਨੇ ਆ। ਕਹਿਣ ਤੋਂ ਬਾਅਦ ਪੈਨ ਆਪਦੀ ਮਰਜ਼ੀ ਨਾਲ ਨਹੀਂ ਚਲਾ ਸਕਦੇ, ਤਾਂ ਉਹ ਗੋਲੀਆਂ ਚਲਾ ਗਏ ਆ। ਤੇ ਉਹ ਵੀ ਤਾਂ ਉਹ ਗੋਲੀਆਂ ਚਲਾਉਣ ਤੋਂ ਬਾਅਦ ਵੀ ਇਹ ਹੋਇਆ, ਭੀੜ ਤਾਂ ਅਣਪਛਾਤੀ ਸੁਣੀ ਆ, ਉਹਨਾਂ ਨੂੰ ਲੱਭਣ 'ਚ ਟਾਈਮ ਲੱਗਦਾ, ਵਰਦੀ ਵਾਲੇ ਵੀ ਲੱਭਣ 'ਚ ਟਾਈਮ ਲੱਗ ਰਿਹਾ। ਉਹ ਵੀ ਜਿਹੜੇ ਔਨ ਰਿਕਾਰਡ ਆਏ ਆ, ਮੰਨ ਲਓ ਵੀ ਇੱਕ SSP ਦੇ ਨਾਲ 50 ਬੰਦੇ ਆ, ਉਹਦੀ ਦੇਖ ਰੇਖ ਹੇਠ ਨਾ, ਤਾਂ ਉਹ ਜਿਹੜਾ ਹੁਣ ਚਰਨਜੀਤ ਸ਼ਰਮਾ ਜੇ ਇੱਥੇ SSP ਗੋਲੀਆਂ ਚਲਾ ਗਿਆ ਤੇ ਉਹਦੇ ਅੰਡਰ ਵਾਲੇ 50 ਉਹਨਾਂ ਨੂੰ ਤਾਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਉਹਨਾਂ 'ਚੋਂ ਕਿਸੇ ਇੱਕ ਦੀ ਜ਼ਮੀਰ ਤਾਂ ਜਾਗੂਗੀ ਨਾ ਵੀ ਇੱਥੇ ਅਸੀਂ ਨਹੀਂ ਚਲਾਈਆਂ, ਫਲਾਣੇ ਨੇ ਚਲਾਤੀ ਹੈ। ਸੋ ਇਹ ਚੀਜ਼ਾਂ ਸਰਕਾਰ ਇਹਨਾਂ ਮੁੱਦਿਆਂ ਨੂੰ, ਸੈਂਸਿਟਿਵ ਮੁੱਦਿਆਂ ਨੂੰ, ਜਾਂ ਜਿਹੜੇ ਧਾਰਮਿਕ ਮੁੱਦੇ ਆ, ਕਿਸੇ ਇੰਡੀਵਿਜੂਅਲ ਮਤਲਬ ਕਮਿਊਨਿਟੀ ਨਾਲ ਜੁੜੇ ਹੁੰਦੇ ਆ, ਉਹਨਾਂ ਨੂੰ ਵੋਟਾਂ ਲਈ ਕਰਦੇ। 84 ਦਾ ਮੁੱਦਾ ਇੱਕ ਰਾਜਨੀਤਿਕ ਪਾਲਿਸੀ ਬਣ ਕੇ ਰਹਿ ਗਿਆ, SYL ਦਾ ਮੁੱਦਾ ਇੱਕ ਰਾਜਨੀਤਿਕ, ਉਸੇ ਤਰ੍ਹਾਂ ਹੀ ਬੇਅਦਬੀ ਕਾਂਡ ਇੱਕ ਰਾਜਨੀਤਿਕ ਪਾਲਿਸੀ ਬਣ ਕੇ ਰਹਿ ਗਿਆ ਕਿ ਜਦੋਂ ਅਸੀਂ ਵੋਟਾਂ ਮੰਗਣੀਆਂ ਉਦੋਂ ਅਸੀਂ ਇਹਨਾਂ ਤੇ ਇੱਕ ਦੂਜੇ ਤੇ ਬਲੇਮ ਕਰਦੇ। ਤਾਂ ਹੁਣ ਜਿਹੜੀਆਂ ਸਰਕਾਰਾਂ ਆਈਆਂ, ਅਸੀਂ ਇਹਨਾਂ ਨੂੰ ਇੱਕ ਬੇਨਤੀ ਰੂਪ ਅਪੀਲ ਕਰਦੇ ਹਾਂ ਕਿ ਤੁਸੀਂ ਇਹਨੂੰ ਹੱਲ ਕਰੋ। ਗੁਰੂ ਸਾਹਿਬ ਦੀ ਬੇਅਦਬੀ ਦੇ ਨਾਂ ਤੇ ਸਿਆਸਤ ਕਰਨ ਵਾਲੇ, ਚਾਹੇ ਕੈਪਟਨ ਚਾਹੇ ਹਾਲ ਦੇਖੋ ਕੀ ਹੋਇਆ। ਮੰਗੀਆਂ ਤਾਂ ਇੱਕ ਨੇ, ਇੱਕ ਦੇ ਰਾਜ 'ਚ ਬੇਅਦਬੀ ਹੋ ਗਈ, ਤਾਂ 17 'ਚ ਹੱਲ ਕੀ ਹੋਇਆ? ਕਿਤੇ ਨਾ ਕਿਤੇ ਉਹਨਾਂ ਨੇ ਫਿਰ ਉਹਦੇ ਤੇ ਰਾਜਨੀਤੀ ਕੀਤੀ ਵੀ ਅਸੀਂ ਕੀਤਾ ਹੀ ਕੁਛ ਨਹੀਂ, ਜਾਂ ਅਰਦਾਸਾਂ ਬੇਨਤੀਆਂ ਹੋਈਆਂ, ਤੁਸੀਂ ਸੁਣਿਆ ਹੋਣਾ ਸਾਰਿਆਂ ਨੇ।
ਤਾਂ ਉਹਨਾਂ ਤੇ ਗੁਰੂ ਸਾਹਿਬ ਨੇ ਮਤਲਬ ਅਰਦਾਸਾਂ ਬੇਨਤੀਆਂ ਤੇ ਫੁੱਲ ਚੜਾਏ ਆ। ਤਾਂ ਉਹ ਅੱਜ ਅਰਦਾਸਾਂ ਬੇਨਤੀਆਂ ਕਿੱਥੇ ਖੜੇ ਆ। ਕੈਪਟਨ ਜਿਹੜਾ ਕਹਿੰਦਾ ਸੀ ਵੀ ਮੈਂ ਬੇਅਦਬੀ ਦਾ ਹੱਲ 2 ਮਹੀਨਿਆਂ ਦੇ ਵਿੱਚ ਕਰ ਦੂੰਗਾ, ਉਹਨੂੰ ਇੰਨਾ ਕੁ ਜਲੀਲ ਕਰਕੇ ਉਹਦੀ ਪਾਰਟੀ ਨੇ ਪਾਸੇ ਕੱਢਿਆ। ਅੱਜ ਉਹ ਘਰ ਦਾ ਨਾ ਘਾੜ ਦਾ ਕੱਟੇਦਾਨ ਕਰਦਾ ਫਿਰਦਾ ਸੀ, ਜਿੱਤਿਆ ਫਿਰ ਵੀ ਨਹੀਂਗਾ। ਚੰਨੀ ਦਾ ਵੀ ਹਾਲ ਉਹੀ ਹੋਇਆ ਤੇ ਭਗਵੰਤ ਮਾਨ ਦਾ ਹਾਲ ਵੀ ਉਦੋਂ ਮਾੜਾ ਹੋਣਾ, ਕਿਉਂਕਿ ਇਹਨੇ ਗੁਰੂ ਸਾਹਿਬ ਦੇ ਮਾਮਲੇ 'ਚ ਕੀਤੀ ਰਾਜਨੀਤੀ। 7 ਸਾਲ ਹੋ ਗਏ ਬੋਲਦੇ ਆਏ ਆ ਵੀ ਅਸੀਂ ਇਨਸਾਫ ਕਰਾਂਗੇ। ਇਹਨਾਂ ਦੇ ਐਮਐਲਏ ਸੀਐਮ ਜਿਹੜੇ ਆਹ ਕੈਬਨਿਟ ਮੰਤਰੀ ਜੋ ਵੀ ਬਣੇ ਆ, ਇਹ ਪਹਿਲਾਂ ਬਿਆਨ ਇਹਨਾਂ ਦੇ ਕੱਢ ਕੇ ਦੇਖੋ ਵੀ ਇਹਨਾਂ ਕੋਲੇ ਮੁੱਦਾ ਹੁੰਦਾ ਸੀ, ਇਹ ਟੀਵੀ ਤੇ ਡਿਬੇਟ ਚੱਲਦੀ ਹੋਣੀ ਤਾਂ ਆਪ ਵਾਲੇ ਕਹਿੰਦੇ ਹੁੰਦੇ ਸੀ ਅਕਾਲੀ ਤਾਂ ਬੋਲਣ ਹੀ ਨਾ, ਇਹਨਾਂ ਦੇ ਰਾਜ 'ਚ ਬੇਅਦਬੀ ਹੋਈ ਆ, ਅਸੀਂ ਇਨਸਾਫ ਕਰਾਂਗੇ। ਕੈਪਟਨ ਕੇ ਕਹਿੰਦੇ ਹੁੰਦੇ ਸੀ ਅਸੀਂ ਕਰ ਰਹੇ ਹਾਂ, ਸਾਡੀਆਂ ਟੀਮਾਂ ਬਣੀਆਂ ਹੋਈਆਂ। ਉਹਨਾਂ ਦਾ ਹੋਇਆ, ਜਿਹੜੇ ਇਨਸਾਫ ਕਰਨ ਵਾਲੇ ਅੱਜ ਗੁਰੂ ਸਾਹਿਬ ਨੇ ਪਾਵਰ ਬਖਸ਼ੀ ਆ। ਕਿਉਂਕਿ ਕਲਤਾਰ ਸਿੰਘ ਸੰਧਵਾ ਸਾਡੇ ਕੋਲ ਇੱਥੇ ਪ੍ਰੋਗਰਾਮ ਚੱਲਦੇ 'ਚ ਆ ਕੇ ਗਏ ਸੀ, ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਕੇ ਵੀ ਗਏ ਸੀ ਕਿ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ, ਸਾਨੂੰ ਸੇਵਾ ਬਖਸ਼ਣ ਤੇ ਅਸੀਂ ਜ਼ਰੂਰ ਇਹ ਕਾਰਜ ਕਰਾਂਗੇ। ਬਗਰਾੜੀ ਮੋਰਚੇ ਦੇ ਵਿੱਚ ਉਹ ਜਾਂਦੇ ਰਹੇ ਆ। ਆਮ ਆਦਮੀ ਦੀ ਲੀਡਰਸ਼ਿਪ ਜਿੰਨੀ ਹੁੰਦੀ ਸੀ, ਜਦੋਂ ਬੇਅਦਬੀ ਦੇ ਨਾਂ ਤੇ 2015 ਤੋਂ ਲੈ ਕੇ ਕਿਤੇ ਵੀ ਪ੍ਰੋਟੈਸਟ ਹੋਣਾ ਤੇ ਇਹ ਪਹਿਲ ਦੇ ਆਧਾਰ ਤੇ ਸ਼ਮੂਲੀਅਤ ਕਰਦੇ ਰਹੇ ਆ, ਆਪਣੇ ਵੱਡੇ ਵੱਡੇ ਬਿਆਨ ਲਾਉਂਦੇ ਰਹੇ ਆ। ਤੇ ਪਰ ਮੈਂ ਇਹਨਾਂ ਨੂੰ ਤੇ ਇਹਨਾਂ ਦੇ ਭਗਤਾਂ ਨੂੰ ਅੱਜ ਇੱਕ ਕਹਿਣਾ ਚਾਹਣਾ ਕਿ 7 ਸਾਲ ਬੀਤਣ ਤੇ ਤੁਸੀਂ ਸਾਰਾ ਕੁਝ ਬੋਲਦੇ ਰਹੇ ਹੋ। ਆਹ 2 ਮਹੀਨਿਆਂ ਦੇ ਵਿੱਚ ਕਿਸੇ ਵੀ ਇੱਕ ਇਹਨਾਂ ਦੇ ਅਧਿਕਾਰੀ ਦਾ, ਕਿਸੇ ਵੀ ਇੱਕ ਇਹਨਾਂ ਦੇ ਐਮਐਲਏ ਦਾ ਜਾਂ ਕਿਸੇ ਵੀ ਬਾਰੇ ਦਾ ਬਿਆਨ ਨਹੀਂ ਆਇਆ ਕਿ ਬੇਅਦਬੀ ਦਾ ਮਸਲਾ ਸਾਡੀ ਸਰਕਾਰ ਹੱਲ ਕਰੂਗੀ। ਅੱਛਾ, ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ ਕਿ ਜਿਹੜੇ ਬਰਗਾੜੀ ਮੋਰਚੇ 'ਚ ਬੈਠੇ ਸੀ ਸਾਡੇ ਆਗੂ ਲੀਡਰ ਜਿਹੜੇ ਸਾਰੀ ਅਗਵਾਈ ਕਰ ਰਹੇ ਸੀ, ਕਦੀ ਉਹਨਾਂ ਦਾ ਕੋਈ ਫੋਨ ਕਾਲ, ਕਦੀ ਉਹਨਾਂ ਦੀ ਹਦਾਇਤ, ਕਦੀ ਉਹਨਾਂ ਦੀ ਕੋਈ ਆਈ ਵੀ ਸਾਡੇ ਨਾਲ ਆਹ ਕੁਝ ਹੋਇਆ ਹੀ, ਤੇਰੇ ਨਾਲ ਆਹ ਕੁਝ ਹੋ ਸਕਦਾ, ਤੂੰ ਇਸ ਗੱਲ 'ਚ ਚੌਕਸ ਰਹੀਂ, ਧਿਆਨ ਰੱਖੀ, ਕੋਈ ਗੱਲ ਗਲਤੀ ਨਾ ਹੋ ਜੇ? ਕਦੀ ਕਿਸੇ ਨੇ ਤੁਹਾਨੂੰ ਇਹ ਸਮਝਾਉਣ ਦੀ, ਦੱਸਣ ਦੀ ਕੋਸ਼ਿਸ਼ ਕੀਤੀ? ਬਹੁਤੀ ਜ਼ਿਆਦਾ ਬਗਰਾੜੀ ਦੀ ਲੀਡਰਸ਼ਿਪ ਦਾ ਇਹ ਹੋਇਆ ਵੀ ਸਖਰਾਜ ਇੱਥੋਂ ਉੱਠ ਜੇ। ਅੱਛਾ, ਭਈ ਕਿਤੇ ਸਾਨੂੰ ਤੇ ਮਿਲਿਆ ਕੁਝ ਨਹੀਂ, ਕਿਤੇ ਕ੍ਰੈਡਿਟ ਉਹ ਨਾ ਲੈ ਜੀ। ਇਹ ਫਿਰ ਇਹਦਾ ਮਤਲਬ ਗੁਰੂ ਦੇ ਸਿੱਖਾਂ ਵਾਲੀ ਕੋਈ ਗੱਲ ਨਹੀਂ? ਸਾਡੇ 'ਚ ਕੋਈ ਗੱਲ ਨਹੀਂ। ਮੈਂ ਤੁਹਾਡੀ ਗੱਲ 'ਚ ਇੱਕ ਹੋਰ ਉਦਾਹਰਨ ਦਿੰਦਾ ਵੀ ਸਾਡੀਆਂ ਜਥੇਬੰਦੀਆਂ ਇੰਨੀਆਂ ਹੋਣ, ਤੁਸੀਂ ਕੱਢ ਕੇ ਦੇਖੋ ਵੀ 100 ਜਥੇਬੰਦੀ ਘੱਟੋ ਘੱਟ ਇਹ ਹੋਊਗੀ ਜਿਹਦੇ ਵਿੱਚ ਸਿੱਖ ਨਾਮ ਰਜਿਸਟਰਡ ਹੋਊਗਾ। ਜਥੇਬੰਦੀ ਦੇ ਵਿੱਚ ਸਿੱਖ ਲੱਗਦਾ ਹੋਊਗਾ ਜਾਂ ਗੁਰੂ ਗ੍ਰੰਥ ਸਾਹਿਬ ਲੱਗਦਾ ਹੋਊਗਾ ਜਾਂ ਮਤਲਬ ਕੋਈ ਗੁਰਬਾਣੀ ਦੀ ਪੰਗਤੀ ਲੱਗਦੀ ਹੋਊਗੀ, ਮਤਲਬ ਸੁਖਮਨੀ ਸੋਸਾਇਟੀਆਂ ਹੋ ਗਈਆਂ, ਸਟੱਡੀ ਸਰਕਲ ਹੋ ਗਿਆ, ਸਿੱਖ ਯੂਥ ਫੈਡਰੇਸ਼ਨ ਹੋ ਗਏ, ਕਈ ਕੁਛ ਹੋ ਗਿਆ, ਸਾਰਾ ਕੁਛ ਹੋ ਗਿਆ। ਤਾਂ ਆਪਾਂ ਜੇ ਗੱਲ ਕਰੀਏ ਵੀ ਸਿੱਖ ਸ਼ਬਦ ਲੱਗਣ ਵਾਲੀਆਂ 100 ਜਥੇਬੰਦੀਆਂ ਹੈ, ਇੱਕ ਜਥੇਬੰਦੀ ਰਜਿਸਟਰਡ ਕਾਗਜ਼ੀ ਕਰਾਉਣ ਤੇ ਵੀ 7 ਮੈਂਬਰ ਚਾਹੀਦੇ ਆ ਤੇ 700 ਬੰਦਾ ਤਾਂ ਇੱਥੇ ਪ੍ਰੈਜ਼ੈਂਟ ਹੋ ਰਹਿਣਾ ਹੀ ਚਾਹੀਦਾ। 100 ਜਥੇਬੰਦੀ 700 ਬੰਦਾ ਬਣ ਗਿਆ। ਫਿਰ ਹਰ ਇੱਕ ਪਿੰਡ 'ਚ 2 ਗ੍ਰੰਥੀ ਪੱਕੇ ਹੋਣਗੇ। 12400 ਪਿੰਡ ਆ, 24 ਗ੍ਰੰਥੀ ਹੋਣੇ ਚਾਹੀਦੇ, 24000 ਬੰਦਾ ਹੋਣਾ ਚਾਹੀਦਾ। ਫਿਰ 2-4 ਮੇਰੇ ਵਰਗੇ ਧਾਰਮਿਕ ਵੀ ਹੋਣਗੇ ਜਿਹੜੇ ਕਹਿੰਦੇ ਮੈਂ ਪੂਰਾ ਕੱਟੜਾ, ਮੈਂ ਟਕਸਾਲੀਆਂ ਜਾਂ ਮੈਂ ਪੂਰੇ ਮਿਸ਼ਨਰੀ ਆ, ਮੈਂ ਪੂਰਾ ਹੀ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ। ਤੇ ਇੱਕ ਪਿੰਡ 'ਚ ਜੋ ਵੀ ਕੱਢ ਲਗੇ ਤਾਂ 12000 ਬੰਦੇ ਦੇ ਹਿਸਾਬ ਨਾਲ ਵੀ 24000 ਬੰਦਾ ਉਹ ਵੀ ਬਣਦਾ 12000 ਪਿੰਡ 'ਚੋਂ। ਤਾਂ ਜਿਹੜਾ ਸਾਡਾ ਇੱਥੇ ਦਿਨ ਦਾ ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਹੋਣਾ ਚਾਹੀਦਾ ਨਾ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ, ਸਾਡਾ ਹੋ ਨਹੀਂ ਰਿਹਾ। ਕਿਉਂਕਿ ਮੈਂ ਵੇਖ ਰਿਹਾ ਵੀ 2 ਤੁਸੀਂ, ਇੱਕ ਭਾਈ ਗੁਰਜੀਤ ਸਿੰਘ ਦੇ ਪਿਤਾ ਜੀ ਨੇ, ਇੱਕ ਤੁਸੀਂ ਬੈਠੇ ਹੋ, ਇੱਕ ਸਿੰਘ ਤੁਹਾਡੇ ਨਾਲ ਹੋ ਰਿਹਾ ਤੇ ਇੱਕ ਸੇਵਾਦਾਰ, 4 ਬੰਦੇ। ਬਿਲਕੁਲ ਤੇ ਇਹ ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਕਿਉਂਕਿ ਅੱਜ ਸਾਡੇ ਕੈਮਰੇ ਨੇ ਕੋਈ ਲਿਹਾਜ਼ ਨਹੀਂ ਕਰਨਾ, ਕਿਉਂਕਿ ਅਸੀਂ ਵੇਖੋ ਅਚਾਨਕ ਪਹੁੰਚ ਗਏ ਤੁਹਾਡੇ ਕੋਲ ਤੇ ਪਰ ਗੱਲ ਮਿਹਣਾ ਤੇ ਫਿਰ ਹੈ ਨਾ। ਇਹਦਾ ਮਤਲਬ ਅਸੀਂ ਭੇਖੀ ਜੇ ਸਿੱਖ ਆ ਜ਼ਿਆਦਾ, ਮੈਂ ਕਹਿੰਦਾ ਵੀ ਡਰਾਮੇਬਾਜ਼ ਆ ਅਸੀਂ। ਮੈਂ ਉਹੀ ਗੱਲ ਹਾਂ, ਜਿਹੜੀ ਬਗਰਾੜੀ ਦੀ ਲੀਡਰਸ਼ਿਪ ਸੀ ਉਹਨਾਂ ਦੇ ਵਿੱਚੋਂ ਇਕੱਲੇ ਦਾਦੂਵਾਲ ਸਾਹਿਬ ਉਹ ਆਉਂਦੇ ਆ। ਉਹ ਸਮਰਥਨ ਵੀ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਕੀਤਾ। ਤਕਰੀਬਨ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਉਹ ਇੱਥੋਂ ਜੇ ਲੰਘਣ ਵੀ ਤਾਂ ਰੋਕ ਕੇ ਜਾਂਦੇ ਆ। ਮਸਲਾ ਗੁਰੂ ਸਾਹਿਬ ਦੀ ਬੇਅਦਬੀ ਦਾ ਹੋਵੇ, ਸਿੱਖ ਅਹੁਦੇ ਛੱਡ ਕੇ ਆ ਜੇ ਸਿੱਖ ਆਵੇ ਨਾ ਤਾਂ ਅਸੀਂ ਸਾਰੇ ਮਸਲੇ ਹੱਲ ਕਰਾ ਸਕਦੇ ਹਾਂ। ਪਰ ਅਸੀਂ ਇੱਥੇ ਆਪਣੇ ਝੰਡੇ ਵੱਡੇ ਰੱਖੇ ਆ। ਮੈਂ ਅੱਜ ਸਾਰੇ ਪੰਜਾਬ ਦੇ ਸਿੱਖਾਂ ਨੂੰ ਇੱਕ ਬੇਨਤੀ ਕਰਦਾ ਕਿ ਜੇ ਅਸੀਂ ਗੁਰੂ ਦੇ ਸਿੱਖ ਨਾ ਤਾਂ ਅਸੀਂ ਉਸ ਗੁਰੂ ਦੇ ਸਿੱਖ ਹੋ ਕੇ ਬੇਅਦਬੀ ਜਿਹੜੇ ਗੁਰੂ ਨੂੰ ਮਤਲਬ ਗੱਦੀ ਤੇ ਬਿਰਾਜਮਾਨ ਕਰਨ ਲਈ ਸਾਡੇ ਗੁਰੂਆਂ ਨੇ ਪਰਿਵਾਰ ਵਾਰਤਾ। 7 ਤੋਂ 9 ਸਾਲ ਦੀ ਉਮਰ ਦੇਖੋ ਤੁਸੀਂ ਸਾਡੇ ਬਾਬਿਆਂ ਦੀ, ਤੇ ਜਿਨ੍ਹਾਂ ਨੇ ਏਡੀਆਂ ਕੁਰਬਾਨੀਆਂ ਦਿੱਤੀਆਂ, ਸ਼ਬਦ ਗੁਰੂ ਨੂੰ ਦਰਜਾ ਗੁਰੂ ਦਾ ਦਿੱਤਾ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ। ਤਾਂ ਅਸੀਂ ਉਹਨੂੰ ਗੁਰੂ ਮੰਨਣ ਦੀ
ਬਜਾਏ ਇੱਕ ਪੋਲੀਟਿਕਸ ਜਿਹੜੇ ਲੋਕ ਆ ਪੋਲੀਟੀਸ਼ੀਅਨ ਆ ਉਹਨਾਂ ਨੂੰ ਗੁਰੂ ਮੰਨ ਬੈਠੇ ਆ। ਤਾਂ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਜਿਹੜੇ ਪੋਲੀਟਿਕਸਾਂ ਨੂੰ ਗੁਰੂ ਮੰਨ ਬੈਠੇ ਉਹਨਾਂ ਨੂੰ ਕਹਿੰਦਾ ਯਾਰ ਤੁਸੀਂ ਨਾ ਜਦੋਂ ਕਿਤੇ ਤੁਹਾਡੇ ਤੇ ਆਫਤ ਹੁੰਦੀ ਆ ਤੁਸੀਂ ਇਹ ਨਾ ਕਿਹਾ ਕਰੋ ਇਹ ਵਾਹਿਗੁਰੂ ਸਾਨੂੰ ਤੰਦਰੁਸਤੀ ਬਖਸ਼। ਤੁਸੀਂ ਕਿਹਾ ਕਰੋ ਬਾਦਲ ਸਾਹਿਬ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਸਾਨੂੰ ਤੰਦਰੁਸਤੀ ਬਖਸ਼ੇ, ਕਾਂਗਰਸ ਦੀ ਲੀਡਰਸ਼ਿਪ ਸਾਨੂੰ ਤੰਦਰੁਸਤੀ ਬਖਸ਼ੇ, ਸਾਡਾ ਕਾਰਜ ਕਰੇ। ਆਪ ਦੀ ਲੀਡਰਸ਼ਿਪ ਸਾਨੂੰ ਉਹ ਕਰ, ਕਿਉਂਕਿ ਅਸੀਂ ਲੀਡਰਾਂ ਦੇ ਭਗਤ ਬਣ ਗਏ ਯਾਰ, ਅਸੀਂ ਜਥੇਦਾਰਾਂ ਦੇ ਭਗਤ ਬਣ ਗਏ ਆ। ਸਾਨੂੰ ਗੁਰੂ ਦੇ ਬਣ ਕੇ ਚੱਲਣਾ ਚਾਹੀਦਾ, ਸਾਨੂੰ ਇੱਕ ਸਿੱਖ ਬਣ ਕੇ ਚੱਲਣਾ ਚਾਹੀਦਾ। ਤੁਸੀਂ ਪਾਕਿਸਤਾਨ ਦੀ ਗੱਲ ਕਰੀਏ ਕਹਿਣਗੇ ਵੀ ਦੂਜੇ ਦੇਸ਼ ਚਲਾਉਂਦਾ 295 ਇਹ ਧਾਰਾ ਉੱਥੇ ਹੈ ਬੇਅਦਬੀ ਦੀ, ਪਰ ਉੱਥੇ ਕਤਲ ਹੁੰਦਾ ਹੈ, ਉੱਥੇ ਬੇਅਦਬੀ ਵਾਲੇ ਦੀ ਮੌਤ ਹੁੰਦੀ ਆ, ਸਜ਼ਾ ਮੌਤ ਹੈ। ਸਾਡੇ ਕੀ ਆ ਬੇਅਦਬੀ ਵਾਲਾ ਫੜ ਲਓ ਤਾਂ ਮੰਦਬੁੱਧੀ ਆ, ਜੇ ਨਾ ਫੜਿਆ ਗਿਆ ਤਾਂ ਵੈਸੇ ਹੀ ਬਾਹਰ, ਜੇ ਫੜ ਲਿਆ ਤਾਂ 3 ਮਹੀਨੇ ਬਾਅਦ ਮੰਦਬੁੱਧੀ ਹੋ ਕੇ ਬਾਹਰ ਆ ਜਾਣਾ, ਕੇਸ ਰਫਾ ਦਫਾ ਹੈ। ਤਾਂ ਫਿਰ ਅਸੀਂ ਬੰਦਾ ਮਾਰ ਕੇ ਜੇਲ੍ਹ 'ਚ ਜਾਈ ਜਾਣਾ ਤਾਂ ਹੋਰ ਕੀ ਕਰੀਏ। ਅਸੀਂ ਉਹ ਕਰਦੇ ਹਾਂ ਤਾਂ ਫਿਰ ਕਹਿਣਗੇ ਵੀ ਇਹ ਅੱਤਵਾਦੀ ਹੈ, ਇਹ ਕੱਟੜ ਹੈ, ਇਹ ਦੇਸ਼ ਨੂੰ ਵੰਡਣ ਦੀਆਂ ਗੱਲਾਂ ਕਰਦੇ ਆ। ਸਾਡੇ ਗੁਰੂ ਨੇ ਸਾਨੂੰ ਸਿਧਾਂਤ ਦਿੱਤੇ ਆ, ਸਾਡੇ ਗੁਰੂ ਨੇ ਸਾਨੂੰ ਸ਼ਾਸਤਰੀ ਪਹਿਰੇ ਦਿੱਤੇ ਆ, ਸਾਡੇ ਗੁਰੂ ਨੇ ਸਾਨੂੰ ਸ਼ਾਸਤਰ ਰੱਖਣ ਦੀ ਆਗਿਆ ਦਿੱਤੀ ਆ। ਤੇ ਇਹਦਾ ਮਤਲਬ ਇਹ ਥੋੜੀ ਕਿਹਾ ਵੀ ਤੁਸੀਂ ਬੰਦੇ ਮਾਰੀ ਚੱਲੋ। ਉਹਨਾਂ ਨੇ ਤਾਂ ਸਾਨੂੰ ਸਾਡੀ ਰੱਖਿਆ ਵਾਸਤੇ ਕਿਹਾ। ਜੇ ਅੱਜ ਇੱਕ ਮਤਲਬ ਇਸ ਮੈਂ ਮਾਫ ਕਰਨਾ ਪਤਾ ਨਹੀਂ ਗੱਲ ਚੱਲਣੀ ਵੀ ਹੈ ਕਿ ਨਹੀਂ, ਮੈਂ ਕਹਿੰਦਾ ਵੀ 7 ਸਾਲ ਦਾ ਸਮਾਂ ਸਾਨੂੰ ਇਹ ਹੋ ਗਿਆ ਅਦਾਲਤਾਂ ਤੇ ਕੋਰਟ ਕਚਹਿਰੀਆਂ ਦੇ ਧੱਕੇ ਖਾਂਦਿਆਂ ਉਸ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ। ਜੇ 7 ਸਾਲ ਦੇ ਫੜ ਕੇ ਅਸੀਂ ਆਪ ਝਟਕਾਏ ਹੁੰਦੇ ਤਾਂ ਅੱਜ ਨੂੰ ਅਸੀਂ ਉਹ ਸਜ਼ਾ ਕੱਟ ਕੇ ਬਾਹਰ ਆਏ ਹੁੰਦੇ। ਇਹ ਗੱਲ ਇੱਕ ਐਸਜੀਪੀਸੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਗਰਾਇਆ ਨੇ ਲਿਖਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਗੱਲ ਕਹੀ ਸੀ ਕਿ ਜਿਹੜੇ ਬੇਅਦਬੀ ਕਰਦੇ ਨੇ, ਇਸ ਤਰ੍ਹਾਂ ਦੀ ਕੋਈ ਬੇਅਦਬੀ ਕਰਦਾ ਗੁਰੂ ਸਾਹਿਬ ਦੀ ਫੜਿਆ ਜਾਂਦਾ ਤੇ ਉਹਨੂੰ ਸਿੱਖ ਰਹੁ ਰੀਤਾਂ ਅਨੁਸਾਰ ਸਜ਼ਾ ਦੇਣੀ ਚਾਹੀਦੀ ਆ। ਸਾਨੂੰ ਕੋਰਟ ਕਚਹਿਰੀਆਂ ਤੇ ਭਰੋਸਾ ਹੁਣ ਰਿਹਾ ਹੀ ਨਹੀਂ। ਉਹ ਜਥੇਦਾਰ ਦੀ ਗੱਲ ਕਰਦੇ ਹੋ ਬਾਈ ਜਿਹੜਾ ਕਦੇ ਬਿਆਨ ਹੀ ਨਹੀਂ ਲਵਾਇਆ ਜਿਹਨੇ ਬੇਅਦਬੀ ਹੋਈ, ਤੇ ਜਿਹੜਾ ਕਦੇ ਬੋਲੇ ਨਹੀਂ। ਤਲਵੰਡੀ ਤੋਂ ਅੰਮ੍ਰਿਤਸਰ ਨੂੰ ਆਹੀ ਰਾਹ ਜਾਂਦਾ ਬਾਈ, ਕਦੇ ਰੁਕਣਾ ਠੀਕ ਨਹੀਂ ਸਮਝਿਆ। ਉਹ ਆਪਣੇ ਉਹ ਤੁਸੀਂ ਉਹਨਾਂ 'ਚੋਂ ਮਤਲਬ ਸਰਦਾਰ ਅਕਾਲੀ ਫੂਲਾ ਸਿੰਘ ਵਰਗੇ ਤੁਸੀਂ ਜਥੇਦਾਰ ਸਮਝਦੇ ਹੋ? ਉਹ ਬਣ ਗਏ ਉਹ ਜਿਹੜੇ ਬੇਅਦਬੀ ਤੇ ਬੋਲਣਾ ਠੀਕ ਨਹੀਂ ਸਮਝਦੇ। 328 ਸਰੂਪਾਂ ਦੀ ਗੱਲ ਜਿਹੜੇ ਚੱਲੀ ਜਾਂਦੀ ਆ ਉਹਨਾਂ ਤੇ ਬੋਲਣਾ ਠੀਕ ਨਹੀਂ ਸਮਝਦੇ। ਤੁਸੀਂ ਉਹਨਾਂ ਜਥੇਦਾਰਾਂ ਪਾਸੋਂ ਉਹ ਕੌਮ ਦੀ ਨੁਮਾਇੰਦਗੀ ਵਾਲੀ ਗੱਲ ਕਰਨਗੇ ਜਿਹੜੇ ਉਸ ਸਮੇਂ ਦੇ ਰਾਜਿਆਂ ਨੂੰ ਤਲਬ ਕਰ ਲੈਂਦੇ ਸੀ ਕਿਸੇ ਗਲਤੀਆਂ ਕਰਕੇ। ਸੋ ਸਾਨੂੰ ਆਪ ਜਾਗਣ ਦੀ ਲੋੜ ਆ, ਸਾਨੂੰ ਹਰ ਇੱਕ ਸਿੱਖ ਨੂੰ ਆਪ ਆਗੂ ਬਣਨ ਦੀ ਲੋੜ ਆ, ਸਿੱਖੀ ਸਿਧਾਂਤਾਂ ਤੇ ਪਹਿਰੇ ਦੇਣ ਦੀ ਸਾਨੂੰ ਆਪ ਲੋੜ ਆ, ਤਾਂ ਜਾ ਕੇ ਪੰਜਾਬ 'ਚ ਸਿੱਖੀ ਬਚਣ ਦੀ ਗੱਲ ਚੱਲੂਗੀ। ਨਹੀਂ ਤੁਸੀਂ ਦੇਖੋ ਵੀ ਢਾਹ ਕਿਹੜੀ ਲੱਗ ਰਹੀ ਆ। ਅੱਜ ਬਿਆਨ ਆਇਆ ਇੱਕ ਮਤਲਬ ਜਥੇਦਾਰ ਦਾ ਹਥਿਆਰ ਰੱਖਣ ਵਾਲਾ, ਤਾਂ ਸਾਰੇ ਰਾਜਨੀਤਿਕ ਲੋਕ ਕੱਲ ਪੁੱਠਿਆ। ਮੈਂ ਜਥੇਦਾਰ ਨਹੀਂ ਮੰਨਦਾ, ਮੈਂ ਉਹ ਗੱਲ ਨਹੀਂ ਕਹਿੰਦਾ, ਪਰ ਸਾਨੂੰ ਤਾਂ ਸਾਡੇ ਗੁਰੂ ਦਾ ਹੁਕਮ ਹੈ। ਬਿਲਕੁਲ ਠੀਕ ਹੈ, ਹਮੇਸ਼ਾ ਉਹਨਾਂ ਨੇ ਸਾਨੂੰ ਸ਼ਸਤਰ ਧਾਰੀ ਹੋਣ ਲਈ ਕਿਹਾ ਹੈ। ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਸਾਡੇ ਤਾਂ ਗੁਰੂ ਨੇ ਸਾਨੂੰ ਕਿਹਾ ਵੀ ਸਾਡਾ ਰਾਜ ਆ ਜਿਹੜਾ ਉਹ ਮਤਲਬ ਸ਼ਾਸਤਰ ਤੋਂ ਬਿਨਾਂ ਵੀ ਨਹੀਂ ਚੱਲਣਾ। ਸ਼ਸਤਰ ਤੋਂ ਬਿਨਾਂ ਸਿੱਖ ਭੇਟਦੀ ਨਹੀਂ ਆਈਆਂ। ਬਿਲਕੁਲ, ਇਹ ਵੀ ਗੁਰੂ ਸਾਹਿਬ ਨੇ ਕਿਹਾ। ਜਿਹੜੇ ਅੱਜ ਕਹਿੰਦੇ ਇੱਕ ਵਿਚਾਰਧਾਰਕ ਲੜਾਈ ਆ, ਕਦੇ ਕਿਹਾ ਵੀ ਤੁਸੀਂ ਵੀ ਕਲਮ ਦੇ ਨਾਲ ਬੰਦਾ ਮਰ ਗਿਆ? ਸਾਡੇ ਕਹਿਣਗੇ ਵੀ ਲਿਖ ਕੇ ਅੱਜ ਕੱਲ੍ਹ ਫੇਸਬੁੱਕਾਂ ਤੇ ਲੜਦੇ ਹਾਂ ਅਸੀਂ। ਸਾਡੀ ਲੜਾਈ ਫੇਸਬੁੱਕਾਂ ਤੇ ਤੁਸੀਂ ਦੇਖੋ, ਕਿਸੇ ਨੂੰ ਗਲਤ ਕਮੈਂਟ ਪਾਤਾ ਨਾ ਉਹਦੇ ਤੇ ਟਾਈਮ ਬੰਨ ਲੈਂਦੇ ਅਸੀਂ, ਉਹਨੂੰ ਮਾਰਨ ਤੱਕ ਜਾਂਦੇ ਆ। ਤੇ ਯਾਰ ਜਿੱਧਰ ਤੁਸੀਂ ਬੰਨਣਾ ਉਧਰ ਤੁਸੀਂ ਬਣਦੇ ਨਹੀਂ ਹੈਗੇ। ਗੁਰੂ ਸਾਹਿਬ ਦੀ ਬੇਅਦਬੀ ਇਕੱਲੀ 2015 'ਚ ਨਹੀਂ ਹੋਈ, ਅੱਜ ਤੱਕ ਹੋ ਰਹੀ ਹੈ। ਗੁਰੂ ਸਾਹਿਬ ਦੀ ਬੇਅਦਬੀ ਦੇ ਨਾਲ ਨਾਲ ਸਾਡੇ ਗੁਰੂ ਘਰਾਂ ਦੇ ਵਿੱਚ ਅੱਗਾਂ ਲੱਗ ਰਹੀਆਂ, ਤੇ ਅਸੀਂ ਕਿੱਥੇ ਖੜੇ ਹਾਂ ਬਾਈ? ਅਸੀਂ ਉਹ ਬੰਦਿਆਂ ਮਗਰ ਖੜੇ ਹਾਂ। ਉਹ ਫਲਾਨਾ ਬੋਲੂਗਾ ਤੇ ਫਿਰ ਬੋਲਾਂਗੇ, ਫਲਾਨਾ ਜਥੇਦਾਰ ਬੋਲੂਗਾ ਤਾਂ ਅਸੀਂ ਉਹਦੇ ਮਗਰ ਬੋਲਾਂਗੇ। ਸਾਨੂੰ ਆਪ ਇਕੱਠੇ ਹੋਣ ਦੀ ਲੋੜ ਆ। ਆਪਾਂ ਜੇ ਮੋਰਚਾ ਇੱਥੇ ਚੱਲ ਰਿਹਾ ਨਾ ਤਾਂ ਸਿੱਖ ਸੰਗਤ ਦਾ ਮੋਰਚਾ ਹੈ। ਜੇ ਸ਼ਹੀਦ ਕਹਿੰਦੇ ਕੌਮ ਦੇ ਆ ਨਾ ਤਾਂ ਫਿਰ ਕੌਮ ਦੇਸ਼ ਉਹਨਾਂ ਨੁਮਾਇੰਦਗੀਆਂ ਨੂੰ, ਉਹਨਾਂ ਜਥੇਦਾਰਾਂ ਨੂੰ ਚੱਲਣਾ ਪਊਗਾ। ਕੱਲੀਆਂ ਦਰਬਾਰ ਸਾਹਿਬ 'ਚ ਫੋਟੋ ਲਾਉਣ ਨਾਲ ਜਾਂ ਲਿਖਣ ਨਾਲ ਸ਼ਹੀਦ ਨਹੀਂ ਬਣਾਇਆ ਜਾਂਦਾ। ਸ਼ਹੀਦਾਂ ਦੇ ਰਾਹ ਕਿਹੜੇ ਸੀਗੇ ਤੇ ਕਿੰਨਾ ਤੇ ਉਹ ਜਾ ਕੇ ਸ਼ਹੀਦੀ ਹੋਈ ਆ, ਉਹਨਾਂ ਤੇ ਸਾਨੂੰ ਚੱਲਣਾ ਪਊਗਾ। ਉਹਨਾਂ ਤੇ ਸਾਨੂੰ ਕਿਤੇ ਨਾ ਕਿਤੇ ਜਿਹੜੇ ਆ ਉਸ ਨਿਆਂ ਦੇ ਲਈ ਸਾਨੂੰ ਇਕੱਠੇ ਹੋਣਾ ਪਊਗਾ। ਮੈਂ ਅੱਜ ਵੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਸਮੁੱਚੀ ਕੌਮ ਇਸ ਵਿਸ਼ੇ ਦੇ ਉੱਤੇ ਇਕੱਠੀ ਹੋ ਸਕਦੀ ਆ, ਕਿਉਂਕਿ ਗੁਰੂ ਦਾ ਮਸਲਾ। ਕਦੇ ਤੁਸੀਂ ਸੁਣਿਆ ਬਈ ਬੇਅਦਬੀ 2015 ਦੀ ਹੋਈ ਆ ਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਜਾ ਕੇ ਉੱਤੇ ਕੇਸ ਲੜਦੇ ਹੋਣ? ਸਿੱਖਾਂ ਦੀ ਸਰਮੌਰ ਸੰਸਥਾ ਹੋਵੇ, ਜਮਾਤ ਹੋਵੇ, ਜਿਹੜੀ ਮਤਲਬ ਕਵੇ ਵੀ ਸਿੱਖ ਘਰੇ ਬੈਠਣ ਤੇ ਅਸੀਂ ਹੈਗੇ ਆ, ਸਾਡੇ ਤੋਂ ਬਾਗੀ ਹੋਣ ਦੀ ਲੋੜ ਨਹੀਂ ਵੀ ਅਸੀਂ ਹੈਗੇ ਆ, ਅਸੀਂ ਕੰਮ ਕਰਾਂਗੇ। ਉਹਨਾਂ ਨੂੰ ਖੜਨਾ ਚਾਹੀਦਾ। ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਕੇਸ ਲੜਨ 2-4 ਬੰਦੇ,
ਕੇਸ ਲੜੇ ਸਰਕਾਰ ਤੇ ਸਰਕਾਰ ਕਦੇ ਨਿਆਂ ਦੇਊਗੀ? ਸਾਡਾ ਸਾਰਾ ਸਿੱਖਾਂ ਦਾ ਗੁਰੂ ਆ ਤੇ ਮੈਂ ਸਮਝਦਾ ਵੀ ਇੱਕ ਇੱਕ ਵਕੀਲ ਇੱਕ ਇੱਕ ਬੰਦਾ ਵੀ ਖੜਾ ਕਰੇ ਤੇ ਕੀ ਮਜਾਲਾ ਕਿਸੇ ਜੱਜ ਦੀ ਕੇਸ 'ਚ ਕੁਤਾਹੀ ਹੋ ਜੇ। ਕੀ ਮਜਾਲਾ ਉਹ ਡੇਰਾ ਪ੍ਰੇਮੀ ਜਿਨ੍ਹਾਂ ਦੇ ਕਤਲ ਹੋਏ ਆ ਉਹਨਾਂ ਦੀਆਂ ਘਰ ਵਾਲੀਆਂ ਨੂੰ ਨੌਕਰੀਆਂ ਮਿਲ ਜਾਣ ਤੇ ਤੁਹਾਡੇ ਗੁਰੂ ਦੀ ਬੇਅਦਬੀ ਹੋਈ ਹੋਵੇ ਅੱਜ ਤੱਕ ਦੋਸ਼ੀ ਨਾ ਫੜੇ ਜਾਣ ਤੇ ਦੋਸ਼ੀ ਵੀ ਉਹਦੇ 'ਚ ਹੋਣ ਉਹ ਜਿਹੜੇ ਬੇਅਦਬੀ ਹੋਈ ਹੋਵੇ ਉਹਦੇ 'ਚ ਉਹਨਾਂ ਨੂੰ ਨੌਕਰੀਆਂ ਮਿਲਣ। ਤਾਂ ਸਾਨੂੰ ਆਪ ਇਕੱਠੇ ਹੋਣ ਦੀ ਲੋੜ ਆ। ਜਿਵੇਂ ਭਾਈ ਸਤਪਾਲ ਸਿੰਘ ਤੁਸੀਂ ਜਿਨ੍ਹਾਂ ਦੀ ਇੰਟਰਵਿਊ ਕੀਤੀ ਹੈ, ਇੱਕ ਮੁਲਾਜ਼ਮ ਆ ਪੇਸ਼ੇ ਤੋਂ, ਮੈਨੂੰ ਤੁਹਾਡੀ ਇੰਟਰਵਿਊ ਜਰੀਏ ਪਤਾ ਲੱਗਿਆ ਵੀ ਉਹਨਾਂ ਨੇ ਰਿਜ਼ਾਈਨ ਦਿੱਤਾ, ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ, ਰਿਟਾਇਰਮੈਂਟ ਲਈ ਆ, ਤੋਂ ਪਹਿਲਾਂ ਰਿਟਾਇਰਮੈਂਟ ਲੈ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲਈ ਆ। ਇੱਕ ਸਿੱਖ ਹੋਣ ਦਾ ਫਰਜ਼ ਨਿਭਾਇਆ ਮੈਂ ਸਮਝਦਾ। ਤਾਂ ਉਹੋ ਜਿਹੇ ਭਾਈ ਦਿਲਾਵਰ ਸਿੰਘ ਵਰਗੇ ਵੀ ਸਾਡੇ ਕੋਲੇ ਬੈਠੇ ਆ ਜਿਨ੍ਹਾਂ ਦੀ ਹੁਣ ਵੀ ਮਹਿਕਮੇ 'ਚ ਹੀ ਸੀ, ਮਹਿਕਮੇ 'ਚ ਸੀ। ਸਾਡੀਆਂ ਜ਼ਮੀਰਾਂ ਜਗਾਉਣ ਦੀ ਲੋੜ ਆ ਸਾਨੂੰ। ਇੰਨਾ ਵੀ ਆਪਣੇ ਆਪ ਮਤਲਬ ਇੰਨਾ ਕੁ ਹੀਣੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਦੇ ਸਿਧਾਂਤ ਭੁੱਲ ਜਾਈਏ। ਅਸੀਂ ਸਿੱਖ ਪਹਿਲਾਂ ਹੈ, ਬਾਕੀ ਪਿੱਛੇ ਬਾਅਦ 'ਚ ਆ ਤੇ ਸਾਨੂੰ ਉਹ ਅਪਣਾਉਣੇ ਪੈਣਗੇ। ਪੰਜਾਬ ਦੇ ਵਿੱਚ ਮੈਂ ਹੁਣ ਵੀ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦਾ ਕਿ ਇਦਾਂ ਦਾ ਲਾਅ ਆਰਡਰ ਮੇਨਟੇਨ ਕੀਤਾ ਜਾਵੇ, ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ। ਇਹਨਾਂ ਨੂੰ ਮੁੱਦਾ ਜਿਹੜਾ ਰਾਜਨੀਤਿਕ ਨਾ ਬਣਾਇਆ ਜਾਵੇ ਕਿ ਵੋਟਾਂ ਦੇ ਨੇੜੇ ਜੇ ਆ ਕੇ ਕਿਸੇ ਮੰਦਿਰ ਦੇ ਉੱਤੇ ਮਤਲਬ ਬੰਬ ਚੱਲ ਜੇ ਤਾਂ ਮੁੜ ਕੇ ਤੁਸੀਂ ਕਹਿ ਦਿਓ ਵੀ ਉਹ ਫਲਾਣੇ ਮੰਦਿਰ ਤੇ ਉੱਡ ਗਿਆ ਤੇ ਹਿੰਦੂ ਦੀ ਵੋਟ ਚੱਕ ਲਓ, ਫਲਾਣੇ ਤੇ ਉੱਡ ਗਿਆ ਤੇ ਸਿੱਖਾਂ ਦੀ ਵੋਟ ਚੱਕ ਲਓ। ਇਹ ਕੁਝ ਲੋਕ ਰਾਜਨੀਤਿਕ ਦਲ ਕੁਝ ਇਸ ਤਰ੍ਹਾਂ ਦੇ ਕੁਝ ਲੀਡਰ ਹੁੰਦੇ ਨੇ ਜਿਹੜੇ ਆਪਣੇ ਮਫਾਦ ਲਈ ਕੁਝ ਵੀ ਕਰਵਾ ਸਕਦੇ ਆ, ਕੁਛ ਵੀ ਆਪਣੇ ਸਾਹਮਣੇ ਵੀ ਕੁਝ ਨਾ ਕੁਝ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਪਹਿਲਾਂ ਵੀ ਹੁੰਦੀਆਂ ਆਈਆਂ ਭਈ ਮੰਦਰਾਂ ਦੇ ਵਿੱਚ ਗਊਆਂ ਦੇ ਸਿਰ ਸੁੱਟ ਦੇਣੇ, ਪੁੱਛਾਂ। ਇਹ ਕਦੀ ਕੋਈ ਸਿੱਖ ਨਹੀਂ ਕਰ ਸਕਦਾ, ਗੁਰੂ ਦਾ ਸਿੱਖ ਤੇ ਉੱਕਾ ਹੀ ਨਹੀਂ ਕਰ ਸਕਦਾ। ਪਰ ਇਹ ਦੋ ਫਿਰਕਿਆਂ ਨੂੰ ਲੜਾਉਣ ਲਈ ਇਹ ਘਟਨਾਵਾਂ ਪਿਛਲੇ ਖਾੜਕੂਵਾਦ ਦੇ ਦੌਰ ਦੇ ਵਿੱਚ ਅਸੀਂ ਆਪਣੇ ਵੇਖਦੇ ਰਹੇ ਹਾਂ, ਸੁਣਦੇ ਰਹੇ ਹਾਂ, ਕਿਉਂਕਿ ਅਸੀਂ ਵੀ ਉਹ ਚੀਜ਼ਾਂ ਆਪਣੇ ਤਨ ਤੇ ਹੰਡਾਈਆਂ, ਆਪਣੇ ਪਿੰਡਾਂ ਦੇ ਬਜ਼ੁਰਗਾਂ ਦੇ ਹੱਡੀ ਹੰਡਾਈਆਂ ਹੋਈਆਂ। ਬਿਲਕੁਲ ਠੀਕ, ਬਿਲਕੁਲ ਠੀਕ ਹੈ। ਜੇ ਆਪਾਂ 84 ਦੀ ਗੱਲ ਕਰੀਏ ਤਾਂ 84 'ਚ ਦੇਸ਼ ਦੀ ਆਰਮੀ ਨਾਲ ਵਿਦੇਸ਼ ਦੀ ਆਰਮੀ ਨਾਲ ਮੱਥਾ ਲਾਉਣ ਵਾਲੇ 200 ਸਿੰਘ ਸੀ। ਮੈਂ ਤੇ ਇਹ ਗੱਲ ਕਹਿ ਦੇਣਾ ਜੀ ਲੈਸ ਦੈਨ 150, 150 ਤੋਂ ਵੀ ਘੱਟ ਸੀ, 150 ਤੋਂ ਵੀ ਘੱਟ ਸੀ ਨਾ। ਇੰਨਾ ਕੀ ਆਪਾਂ ਇਤਿਹਾਸ ਦੇਖਿਆ ਨਾ, ਸਾਰਾ ਸੁਣਿਆ ਪੜ੍ਹਿਆ ਜਿਹੜਾ। ਤੇ ਤੁਸੀਂ ਦੇਖੋ ਵੀ ਉਹਨਾਂ ਨੇ ਦੇਸ਼ ਦੀ ਸਰਕਾਰ ਨੂੰ ਤੇ ਦੇਸ਼ ਦੀ ਆਰਮੀ ਨੂੰ ਵਿਪਤਾ ਪਾਈ ਸੀ ਆਪਦੀ ਹੋਂਦ ਦੀ ਖਾਤਰ, ਆਪਦੇ ਅਧਿਕਾਰਾਂ ਦੀ ਖਾਤਰ। ਤੇ ਉਸ ਤੋਂ ਬਾਅਦ ਤੁਸੀਂ ਕਿੰਨੇ ਹਜ਼ਾਰ ਮਾਰੇ ਹੋ, ਕਾਹਦੇ ਲਈ? ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਵੱਡਾ ਕੀਤਾ ਕਿ ਹੋਰ ਦੱਬ ਜਾਣ। ਪਰ ਸਾਡੀ ਗੁਰੂਆਂ ਦੀ ਸਪਿਰਿਟ ਸਾਡੇ 'ਚ ਭਰੀ ਹੈ। ਜੇ ਤੁਸੀਂ ਇੱਕ ਮਾਰੋਗੇ ਸਾਡੇ 10 ਉੱਠਦੇ ਆ, ਜੇ ਤੁਸੀਂ ਸਾਡਾ ਇੱਕ ਮਾਰੋਗੇ ਤਾਂ ਸਾਡੇ 10 ਉੱਠਦੇ ਆ। ਉਸੇ ਤਰੀਕੇ ਦੇ ਨਾਲ ਹੁਣ ਵੀ ਮੈਂ ਉੱਥੇ ਹੀ ਮੋੜ ਕੇ ਗੱਲ ਲਿਆਉਣਾ ਕਿ ਬੇਅਦਬੀ ਗੁਰੂ ਦੀ ਹੋਈ ਹੈ, ਹਰ ਇੱਕ ਸਿੱਖ ਦਾ ਹਿਰਦਾ ਬਲੁੰਦਰਿਆ। ਪਰ ਜੇ ਤੁਸੀਂ ਇਹਨੂੰ ਛੇੜੋਗੇ ਨਾ ਤਾਂ ਇਹ ਦੁੱਗਣੇ ਤਿੱਗਣੇ ਉੱਠ ਕੇ ਉੱਭਰ ਕੇ ਮੂਹਰੇ ਆਉਣਗੇ। ਪੰਜਾਬ ਸਰਕਾਰ ਜਾਂ ਦੇਸ਼ ਦਾ ਸਿਸਟਮ ਇਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰੇ। ਪੰਜਾਬ ਦੇ ਵਿੱਚ ਰਾਜਨੀਤਿਕ ਮੁੱਦੇ ਹੋਰ ਬਹੁਤ ਆ, ਤੁਸੀਂ ਉਹਨਾਂ ਤੇ ਰਾਜਨੀਤੀ ਕਰੋ, ਤੁਸੀਂ ਉਸ ਮੁੱਦਿਆਂ ਤੇ ਗੱਲ ਕਰਕੇ ਆਪਦੀਆਂ ਵੋਟਾਂ ਬਟੋਰੋ। ਪਰ ਕਿਸੇ ਦੀ ਭਾਵਨਾਵਾਂ ਤਹਿਤ ਰਾਜਨੀਤੀ ਕਰੋਗੇ ਤਾਂ ਆ ਜਿਹੜੀਆਂ ਦੋ ਸਰਕਾਰਾਂ ਖੁੰਝੇ ਲੱਗੀਆਂ ਤਾਂ ਤੁਹਾਨੂੰ ਵੀ ਬਹੁਤਾ ਸਮਾਂ ਨਹੀਂ ਲੱਗਣਾ ਖੁੰਝੇ ਲੱਗਣ ਦੇ ਵਿੱਚ। ਮੈਂ ਸਮਝਦਾ ਕਿ ਜਿਹੜੀ ਸਰਕਾਰ 4.5 ਸਾਲ ਲੋਕਾਂ ਨੇ ਨਹੀਂ ਭੰਡੀ ਸੀ, ਆ ਨਵੀਂ ਤਾਂ 2-2.5 ਮਹੀਨਿਆਂ 'ਚ ਹੀ ਭੰਡਤੀ ਲੋਕਾਂ ਨੇ। ਸੋ ਸਾਨੂੰ ਆਪ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਣਾ ਪਊਗਾ। ਵੋਟਾਂ ਪਾਈਆਂ ਇਹਦਾ ਮਤਲਬ ਇਹ ਨਹੀਂ ਆ ਤੁਸੀਂ ਇੰਨੇ ਭਗਤ ਬਣ ਜਾਓ ਕਿ ਉਹ ਗਲਤ ਕਰਦੇ ਹੋ ਤਾਂ ਤੁਸੀਂ ਬੋਲਣ ਦੀ ਹਿੰਮਤ ਹੀ ਨਾ ਰੱਖੋ, ਗਲਤ ਨੂੰ ਗਲਤ ਕਹਿਣ ਦਾ ਮਾਦਾ ਰੱਖੋ। ਅਕਸਰ ਅਰਦਾਸ ਬੇਨਤੀ ਤਾਂ ਉਸ ਗੁਰੂ ਘਰ ਦੀ ਸੁਣੀ ਜਾਣੀ ਆ, ਕਿਸੇ ਕੈਪਟਨ ਨੇ, ਕਿਸੇ ਬਾਦਲ ਨੇ, ਕਿਸੇ ਭਗਵੰਤ ਮਾਨ ਨੇ ਜਾਂ ਕਿਸੇ ਕੇਜਰੀਵਾਲ ਨੇ ਨਹੀਂ ਸੁਣਨੀ। ਸਾਨੂੰ ਸੱਚੇ ਸਿੱਖ ਹੋਣ ਦੇ ਲਈ ਇਕੱਠੇ ਹੋਣਾ ਪਊਗਾ। ਜਥੇਦਾਰਾਂ ਨੂੰ, ਟਕਸਾਲਾਂ ਦੇ ਮੁਖੀਆਂ ਨੂੰ, ਸੰਪਰਦਾਵਾਂ ਦੇ ਮੁਖੀਆਂ ਨੂੰ ਬੇਨਤੀ ਆ ਕਿ ਅਸੀਂ ਗੁਰੂ ਦੇ ਮਸਲੇ ਤੇ ਇਕੱਠੇ ਹੋਈਏ। ਤਾਂ ਪੰਜਾਬ ਸਰਕਾਰ ਜੇ ਅੱਜ ਇੱਕ ਵਾਰੀ ਟਾਈਮ ਦੇਗੀ ਆ, ਬਗਰਾੜੀ ਦੇ ਵਿੱਚ ਤਾਂ ਗੱਲ ਸੀਗੀ ਵੀ 6 ਮਹੀਨੇ ਦਾ ਸਮਾਂ ਦੇ ਕੇ ਉਦੋਂ ਬਾਅਦ 'ਚ ਹੱਲ ਕਰ ਦੇਣਗੇ। ਤਾਂ ਉੱਥੇ ਤਾਂ ਆਪਾਂ ਇੱਕ ਗੱਲ ਕੀਤੀ ਆ ਕਿ ਉਹਨਾਂ ਨੇ ਮੋਰਚਾ ਚੱਕ ਲਿਆ ਸੀਗਾ, ਤੇ ਇੱਥੇ ਤਾਂ 3 ਮਹੀਨੇ ਦਾ ਸਮਾਂ ਦਿੱਤਾ ਤੇ ਮੋਰਚਾ ਵੀ ਚੱਲੀ ਜਾਂਦਾ, ਚੱਕਿਆ ਨਹੀਂ ਹੈ। ਤੇ ਪਰ ਹੁਣ ਆਪਾਂ ਨੂੰ ਇਕੱਠੇ ਹੋਣਾ ਪਊਗਾ। ਬਿਲਕੁਲ ਜੀ, ਭਾਈ ਸੁਖਰਾਜ ਸਿੰਘ ਜੀ ਨੇ ਬੜਾ ਵੱਡਾ ਸਵਾਲ ਭਗਵੰਤ ਮਾਨ ਸਰਕਾਰ ਦੇ ਸਾਹਮਣੇ ਰੱਖ ਦਿੱਤਾ ਕਿ ਇਸ ਮਸਲੇ ਦੇ ਉੱਤੇ ਕੋਈ ਕਾਰਵਾਈ ਕਰੋ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਉਸ ਵਕਤ IG ਸਨ, ਉਹਨਾਂ ਸਾਰੀ ਜਾਂਚ ਕੀਤੀ ਆ। ਅੱਜ ਤੁਹਾਡੇ MLA ਨੇ, ਸਰਕਾਰ ਦਾ ਹਿੱਸਾ ਨੇ, ਸੱਚ ਤੋਂ ਭਲੀ ਭਾਂਤ ਜਾਣੂ ਨੇ, ਦੋਸ਼ੀਆਂ ਬਾਰੇ ਉਹਨਾਂ ਨੂੰ ਸਾਰਾ ਪਤਾ ਤੇ ਕਾਰਵਾਈ ਹੋਣੀ ਚਾਹੀਦੀ ਆ। ਜੇ ਹੁਣ ਵੀ ਕਾਰਵਾਈ ਨਾ ਹੋਈ, ਹੁਣ ਤੇ ਨਾ ਤੁਹਾਨੂੰ ਡੱਕਣ ਵਾਲਾ ਕੋਈ ਤੇ ਨਾ ਕੋਈ ਪੁੱਛਣ ਵਾਲਾ, ਤੇ ਗੁਰੂ ਸਾਹਿਬ ਦੀ ਗੱਲ ਆ ਇਹ ਜ਼ਰੂਰ ਕਰਨੀ ਪੈਣੀ ਆ। ਨਹੀਂ ਤੇ ਨੌਜਵਾਨਾਂ ਦਾ ਰੋਹ, ਇਹਨਾਂ ਦੇ ਜਿਹੜੇ ਸਲੋਗਨ ਨੇ ਇਹ ਮੁੜ ਕੇ ਤੁਹਾਨੂੰ ਤਕਲੀਫ ਦੇਣਗੇ ਕਿ ਹੁਣ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ। ਅਕਸਰ ਤੁਸੀਂ ਸੁਣਦੇ ਵੇਖਦੇ ਹੋ ਸੋਸ਼ਲ ਮੀਡੀਆ ਤੇ ਕਿ ਉਹ ਮੁਲਕ ਨਹੀਂ ਮੇਰਾ ਹੋ ਸਕਦਾ ਜਿੱਥੇ ਅੱਗਾਂ ਲੱਗਣ ਬਾਣੀ ਨੂੰ।
ਇਸ ਸਲੋਗਨ ਨੂੰ ਮਾਮੂਲੀ ਨਾ ਸਮਝੋ ਕਿ ਕਿਤੇ ਇਸ ਬੇਗਾਨਗੀ ਦਾ ਅਹਿਸਾਸ ਕਿਸੇ ਵੱਡੀ ਘਟਨਾ ਦਾ ਇਸ਼ਾਰਾ ਕਰ ਰਿਹਾ ਜੀ। ਇਹ ਬੇਗਾਨਗੀ ਦਾ ਅਹਿਸਾਸ ਗੁਰੂ ਸਾਹਿਬ ਦੀ ਬੇਅਦਬੀ ਦੀ ਇਹ ਘਟਨਾ ਨੂੰ ਮਾਮੂਲੀ ਨਾ ਸਮਝੋ। ਇਹ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਜੇ ਸਰਕਾਰ ਨੂੰ ਵੀ, ਦੇਸ਼ ਨੂੰ ਵੀ, ਕਿਉਂਕਿ ਹੁਣ ਇਹਦੇ ਤੇ ਕੋਈ ਕਾਰਵਾਈ ਕਰਨੀ ਜ਼ਰੂਰ ਤੁਹਾਡੀ ਬਣਦੀ ਆ। ਔਰ ਕਿਤੇ ਨਾ ਕਿਤੇ ਪੂਰੀ ਸਿੱਖ ਕੌਮ ਨੂੰ ਭਰੋਸਾ ਦਿਵਾਉਣ ਦੀ ਲੋੜ ਆ ਕਿ ਅਸੀਂ ਤੁਹਾਡੇ ਨਾਲ ਆ, ਤੁਸੀਂ ਸਾਡੇ ਹੋ। ਇਹ ਗੁਰੂ ਸਾਹਿਬ ਓਨਾ ਹੀ ਤੁਹਾਡਾ ਤੇ ਓਨਾ ਹੀ ਸਾਡਾ ਹੈ। ਮੈਂ ਸਮਝਣਾ ਕਿ ਜਿਹੜੇ ਗੈਰ ਸਿੱਖ ਲੋਕ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆ, ਉਹਨਾਂ ਨੂੰ ਵੀ ਆ ਕੇ ਇਸ ਬੇਅਦਬੀ ਮਾਮਲੇ ਦੇ ਵਿੱਚ ਭਾਈ ਸੁਖਰਾਜ ਸਿੰਘ ਨਾਲ ਬੈਠ ਕੇ ਤੇ ਸਾਂਝੀ ਵਾਲਤਾ ਦਾ ਇੱਕ ਐਸਾ ਸੰਦੇਸ਼ ਦੇਣਾ ਚਾਹੀਦਾ ਹੈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸੰਦੇਸ਼ ਦਿੱਤਾ ਹੈ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ। ਅਸੀਂ ਜਦੋਂ ਵੀ ਕਰਦੇ ਆ ਕਿਸੇ ਗੱਲ ਕਰਦੇ ਆ, ਠੀਕ ਆਪਣੇ ਨਾਲ ਹੋਈਆਂ ਵਧੀਕੀਆਂ ਦੀ ਵੀ ਗੱਲ ਸਾਡੇ ਚੈਨਲ ਤੇ ਹੁੰਦੀ ਆ, ਪਰ ਜਦੋਂ ਕਿਸੇ ਦੀ ਮਦਦ ਦੀ ਸੇਵਾ ਦੀ ਗੱਲ ਆਉਂਦੀ ਆ ਤੇ ਉੱਥੇ ਅਸੀਂ ਇਹ ਨਹੀਂ ਵੇਖਦੇ ਇਹ ਹਿੰਦੂ ਆ, ਇਹ ਸਿੱਖ ਆ, ਇਹ ਈਸਾਈ ਆ, ਇਹ ਮੁਸਲਿਮ ਆ। ਬਸ ਜਿਹਦੇ ਲਈ ਵੀ ਹੁਕਮ ਆ ਗਿਆ ਉਹਦੇ ਲਈ ਅਸੀਂ ਖੜਦੇ ਰਹੇ ਆ। ਇਸ ਗੱਲ ਨੂੰ ਜ਼ਰੂਰ ਨੋਟ ਰੱਖੋ, ਕਿਉਂਕਿ ਇਹ ਸੁਲਗਦੀ ਹੋਈ ਅੱਗ ਕਿਤੇ ਭਿਆਨਕ ਧਮਾਕਾ ਬਣ ਸਕਦੀ ਆ। ਇਸ ਗੱਲ ਨੂੰ ਬਹੁਤ ਬਰੀਕੀ ਨਾਲ ਵੇਖਣਾ ਪਏਗਾ ਕਿ ਅੱਜ ਇਹ 4 ਬੰਦੇ ਲੈ ਕੇ ਬੈਠਾ ਸੁਖਰਾਜ ਸਿੰਘ, ਇੱਥੇ ਕੋਈ ਪਤਾ ਨਹੀਂ ਲੱਗਣਾ ਕਦੋਂ ਸਾਰਾ ਪੰਜਾਬ ਔਰ ਪੂਰੇ ਵਿਸ਼ਵ ਦੀ ਸਿੱਖ ਕੌਮ ਆ ਕੇ ਖੜੀ ਹੋ ਜਾਣੀ ਆ। ਔਰ ਇਸ ਵਾਰ ਭਰੋਸਿਆਂ ਤੇ ਫੈਸਲੇ ਨਹੀਂ ਜੇ ਹੋਣੇ, ਇਮੀਡੀਏਟ ਐਕਸ਼ਨ ਕਰਕੇ ਆਇਓ। ਹੁਣ ਇੱਥੇ ਇਹ ਭਗਵੰਤ ਮਾਨ ਸਰਕਾਰ ਲਈ ਇੱਕ ਵੱਡਾ ਚੈਲੰਜ ਆ। ਇਹਨੂੰ ਐਕਸੈਪਟ ਕਰਦੇ ਹੋਏ ਇੱਕ ਸਿੱਖ ਹੋਣ ਦੇ ਨਾਤੇ, ਗੁਰੂ ਦਾ ਨਿਮਾਣਾ ਸਿੱਖ, ਕਿਉਂਕਿ ਉਹਨਾਂ ਦੇ ਘਰਾਂ 'ਚ ਵੀ ਸਾਰੇ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਹੁੰਦੇ ਨੇ, ਤੇ ਜ਼ਰੂਰ ਉਹਨਾਂ ਨੂੰ ਇਹਦੇ ਵਿੱਚ ਵੱਡਾ ਫੈਸਲਾ ਲੈ ਕੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ। ਬਹੁਤ ਮਿਹਰਬਾਨੀ ਜੀ। ਔਰ ਨਾਲ ਦੀ ਨਾਲ ਅਪੀਲ ਕਰਾਂਗੇ ਕਿ ਬੂੰਦ ਬੂੰਦ ਨਾਲ ਤਲਾਬ ਭਰਦਾ ਹੈ ਤੇ ਇੱਕ ਇੱਕ ਜਣੇ ਨਾਲ ਵੱਡਾ ਕਾਫਲਾ ਬਣਦਾ ਹੈ। 184 ਦਿਨ ਹੋ ਗਏ ਨੇ, ਕਈਆਂ ਨੂੰ ਤੇ ਪਤਾ ਵੀ ਨਹੀਂ ਲੱਗਾ ਹੋਣਾ ਕਿ ਭਾਈ ਸੁਖਰਾਜ ਸਿੰਘ ਇੱਥੇ ਮੋਰਚੇ ਤੇ ਬੈਠੇ ਨੇ। ਆਓ ਜਿਨ੍ਹਾਂ ਨੂੰ ਵੀ ਇਹ ਚੈਨਲ ਦੇ ਮਾਧਿਅਮ ਰਾਹੀਂ ਪਤਾ ਲੱਗਦਾ, ਆ ਕੇ ਇੱਥੇ ਬੈਠੋ, ਗੁਰੂ ਦੇ ਸਿੱਖ ਹੋਣ ਦਾ ਫਰਜ਼ ਨਿਭਾਓ, ਗੁਰੂ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਹੋਏ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ। ਅਸੀਂ ਤੁਹਾਡੇ ਬੇਹੱਦ ਸ਼ੁਕਰਗੁਜ਼ਾਰ ਹੋਵਾਂਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਤੱਕ ਇਹ ਗੱਲ ਜਿਹੜੀ ਹੈ ਪਹੁੰਚ ਜਾਵੇ। ਬਹੁਤ ਮਿਹਰਬਾਨੀ ਜੀ। ਲਗਾਤਾਰ ਸਾਡੀ ਨਜ਼ਰ ਜਿਹੜੀ ਆ ਇਸ ਮੋਰਚੇ ਤੇ ਬਣੀ ਰਹੇਗੀ। ਕੋਸ਼ਿਸ਼ ਕਰਾਂਗੇ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ। 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਤੇ ਉਹਦੇ ਰੋਸ ਵਜੋਂ ਸੰਗਤਾਂ ਜਿਹੜੀਆਂ ਨੇ ਕੋਈ ਰੋਸ ਮੁਜ਼ਾਹਰਾ ਕਰਕੇ ਬੈਠੀਆਂ ਨੇ, ਸ਼ਾਂਤਮਈ ਇਨਸਾਫ ਦੀ ਮੰਗ ਕਰ ਰਹੀਆਂ ਨੇ। ਤੇ 14 ਅਕਤੂਬਰ 2015 ਨੂੰ ਅਣਪਛਾਤੀ ਪੁਲਿਸ ਵੱਲੋਂ, ਜਿਹੜੀ ਕਿ ਰਿਕਾਰਡ ਦੇ ਵਿੱਚ ਲਿਖਿਆ ਜਿੱਤੇ ਪਰਚਾ ਦਰਜ ਹੋਇਆ, ਗੋਲੀ ਚਲਾਈ ਜਾਂਦੀ ਆ ਤੇ 2 ਸਿੰਘ ਸ਼ਹੀਦ ਹੋ ਜਾਂਦੇ ਨੇ, ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ। ਸ਼ਹੀਦ ਭਾਈ ਗੁਰਜੀਤ ਸਿੰਘ ਜੀ ਦੇ ਪਿਤਾ ਜੀ ਸਰਦਾਰ ਸਾਧੂ ਸਿੰਘ ਜੀ ਪਿੰਡ ਸਰਾਮਾ, ਜਿਨ੍ਹਾਂ ਦਾ ਪੁੱਤਰ ਉਸ ਗੋਲੀकांड ਦੇ ਵਿੱਚ ਸ਼ਹੀਦ ਹੋ ਗਿਆ ਸੀ, ਉਹ ਵੀ ਭਾਈ ਸੁਖਰਾਜ ਸਿੰਘ ਜੀ ਦਾ ਨਾਲ ਬੈਠ ਕੇ ਪੂਰਾ ਸਾਥ ਦੇ ਰਹੇ ਨੇ। ਉਹਨਾਂ ਨਾਲ ਗੱਲ ਕਰਦੇ ਹਾਂ, ਕਿਉਂਕਿ ਲੰਬਾ ਮੋਰਚਾ ਪਹਿਲਾਂ ਵੀ ਚੱਲਿਆ ਤੇ ਇਹ ਵੀ ਹੁਣ 184 ਦਿਨ ਹੋ ਗਏ ਨੇ। ਤੇ ਇਹਨਾਂ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਹੀਰੇ ਵਰਗਾ ਪੁੱਤਰ ਗਵਾਇਆ ਉਸ ਗੋਲੀकांड ਦੇ ਵਿੱਚ। ਸਰਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਨਾਲ ਹੀ ਬੈਠੇ ਹੋ ਸੁਖਰਾਜ ਸਿੰਘ ਦੇ? ਨਾਲ ਹੀ ਹੈ, ਉਦੋਂ ਦੇ ਨਾਲ ਹੀ ਬੈਠੇ। ਤੇ 184 ਦਿਨ ਹੋ ਗਏ ਨੇ ਅੱਜ। ਕੀ ਲੱਗਦਾ, ਕਿਉਂਕਿ ਪਹਿਲੇ ਮੋਰਚੇ ਦੇ ਵਿੱਚੋਂ ਸਿਰਫ ਭਰੋਸੇ ਹੀ ਦਿੱਤੇ ਗਏ ਤੇ ਵਿੱਚੋਂ ਨਿਕਲਿਆ ਕੁਝ ਨਹੀਂ, ਕੀ ਉਮੀਦ ਕਰਦੇ ਹੋ ਕਿ ਸਤਿਗੁਰੂ ਕਿਰਪਾ ਕਰਨਗੇ, ਕੋਈ ਕਾਰਵਾਈ ਹੋਏਗੀ? ਹਾਂਜੀ, ਉਮੀਦ ਪੱਕੀ ਹੈ, ਭਰੋਸਾ ਹੈ, ਉੱਪਰ ਵਾਲੇ ਤੇ ਭਰੋਸਾ ਹੈ। ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਜਿਹੜੇ ਕੰਮ ਵਾਸਤੇ, ਉਹਦੇ ਤੇ ਪੂਰਾ ਭਰੋਸਾ, ਪੂਰਾ ਇਨਸਾਫ ਦੇਊਗਾ। ਮਤਲਬ ਸ਼ਹੀਦਾਂ ਦਾ ਲਹੂ ਅਸਰ ਕਰੂਗਾ? ਲਹੂ ਅਸਰ ਕਰੂਗਾ, ਸਾਡਾ ਮਨ ਮੰਨਦਾ, ਮਨ ਕਹਿੰਦਾ ਕਿ ਜਿਹੜੀ ਗੱਲ ਕੋਈ ਥੋੜੀ ਅੰਦਰੋਂ ਹਾਮੀ ਭਰਦੀ ਹੈ ਉਹ ਹੋ ਕੇ ਰਹਿੰਦੀ ਹੈ। ਕਿਉਂ ਜੇ ਉਹਨਾਂ ਨੇ ਪਹਿਲਾਂ ਬਾਦਲਾਂ ਨੇ ਗੁੰਮਰਾਹ ਕਰਿਆ, ਨਹੀਂ ਇਨਸਾਫ ਦਿੱਤਾ, ਦੇਖੋ ਉਹਨਾਂ ਦਾ ਕੀ ਹਾਲ ਹੋਇਆ। ਫਿਰ ਕੈਪਟਨ ਨੇ ਲਾਰੇ ਲਾਏ, ਉਹਨਾਂ ਦਾ ਕੀ ਹੋਇਆ। ਚੰਨੀ ਸਾਹਿਬ ਆਏ ਕੁਛ ਸ਼ਹਿਰਾਂ 'ਤੇ, ਉਹਨਾਂ ਨੇ ਕੋਈ ਮਿਲਣ ਦਾ ਸੋਚਿਆ ਤੱਕ ਨਹੀਂ, ਆ ਸਾਡੇ ਆਲੇ ਦੁਆਲੇ ਸਾਰੇ ਗੇੜਾ ਮਾਰ ਕੇ ਉੱਡ ਗਏ। ਉਹਨਾਂ ਦਾ ਦੇਖੋ ਕੀ ਅਸਰ ਹੋਇਆ। ਅਤੇ ਹੁਣ ਜੇ ਇਹ ਕਰਨਗੇ, ਕੁਛ ਨਾ ਕਰਨਗੇ, ਤੇ ਇਹਨਾਂ ਦਾ ਤਾਂ ਉਦੋਂ ਵੀ ਬਹੁਤ ਮਾੜਾ ਹੋਊਗਾ।
ਕਿਉਂ ਇਹ 7 ਸਾਲ ਤੋਂ ਲੈ ਕੇ ਇਹ ਲਗਾਤਾਰ ਆ ਰਹੇ ਹੈ 2015 ਤੋਂ ਲੈ ਕੇ ਕੇਜਰੀਵਾਲ ਤੱਕ ਮਨੀਸ਼ ਸਿਸੋਦੀਆ ਕੁਲਤਾਰ ਸੰਧਵਾ ਕਿਹੜਾ ਐਮਐਲਏ ਆ ਜਿਹੜਾ ਨਹੀਂ ਆਇਆ। ਇਹਦਾ ਮਤਲਬ ਤੁਹਾਨੂੰ ਲੱਗਦਾ ਵੀ ਇਹ ਵੀ ਜੇ ਰਾਜਨੀਤੀ ਕਰਨਗੇ ਤੇ ਫਿਰ ਨੁਕਸਾਨ ਹੀ ਉਠਾਉਣਗੇ। ਇਹ ਨੁਕਸਾਨ ਪੂਰਾ ਉਠਾਉਣਗੇ, ਰਾਜਨੀਤੀ ਕਰਨਗੇ। ਜਿਹੜਾ ਵੀ ਇਸ ਵਿਸ਼ੇ ਤੇ ਰਾਜਨੀਤੀ ਕਰੂਗਾ ਉਹ ਪੂਰਾ ਨੁਕਸਾਨ ਉਠਾਊਗਾ। ਕਿਤੇ ਤੁਸੀਂ ਥੋੜੀ ਜੀ ਬੈਠੇ ਹੋ ਇੱਥੇ ਜੀ, ਕਦੀ ਮਨ 'ਚ ਨਹੀਂ ਆਉਂਦਾ ਵੀ ਬਰਗਾੜੀ ਵਾਲੇ ਮੋਰਚੇ 'ਚ ਤੇ ਲੱਖਾਂ ਦੀ ਤਾਦਾਦ 'ਚ ਸੰਗਤ ਇਕੱਠੀ ਹੋ ਜਾਂਦੀ ਸੀ ਤੇ ਇੱਥੇ ਉਹ ਰਿਸਪੌਂਸ ਨਹੀਂ ਮਿਲ ਰਿਹਾ ਸੰਗਤ ਦਾ, ਕੀ ਕਾਰਨ ਆ? ਨਹੀਂ, ਰਿਸਪੌਂਸ ਮਿਲਦਾ ਹੈ ਜਦੋਂ ਵੀ ਬੁਲਾਉਣੇ ਆ। ਐਵੇਂ ਅੱਜ ਕੱਲ੍ਹ ਕੰਮਕਾਰ ਦੀ ਰੁੱਤ ਹੈ ਤੇ ਬਿਨਾਂ ਗੱਲ ਤੋਂ ਬੁਲਾਇਆ ਨਹੀਂ ਜਾਂਦਾ। ਹੁਣ ਉਹਨਾਂ ਨੇ 10 ਜੁਲਾਈ ਤੱਕ ਦਾ ਟਾਈਮ ਲਿਆ ਹੈ। 10 ਜੁਲਾਈ ਤੋਂ ਤੱਕ ਜੇ ਨਾ ਕਰਨਗੇ ਫਿਰ ਬੁਲਾਵਾਂਗੇ ਤੇ ਉਮੀਦ ਹੈ ਸੰਗਤ ਪੂਰਾ ਸਹਿਯੋਗ ਦੇਊਗੀ। ਠੀਕ ਹੈ, ਮਤਲਬ 10 ਜੁਲਾਈ ਦਾ 3 ਮਹੀਨੇ ਦਾ ਜਿਹੜਾ ਟਾਈਮ ਲਿਆ ਮੌਜੂਦਾ ਸਰਕਾਰ ਨੇ ਵੀ ਉਹਦੇ ਵਿੱਚ ਕਾਰਵਾਈ ਕਰਨਗੇ। ਚਲੋ ਵੇਖੋ ਇਹ ਜਿਹੜਾ ਖਤਮ ਹੁੰਦੀ ਆ ਡੈੱਡਲਾਈਨ, ਉਸ ਤੋਂ ਬਾਅਦ ਜਿਹੜੀ ਆ ਜਿਸ ਤਰ੍ਹਾਂ ਭਾਈ ਸੁਖਰਾਜ ਹੋਣਾ ਨੇ ਵੀ ਕਿਹਾ ਵੀ ਕੋਈ ਹੋਰ ਰਣਨੀਤੀ ਅਪਣਾਵਾਂਗੇ। ਹੋਰ ਅਪਣਾਵਾਂਗੇ ਜੋ ਵੀ ਹੋ ਸਕਿਆ, ਸਖਤ ਤੋਂ ਸਖਤ, ਚਾਹੇ ਕੁਝ ਵੀ ਹੋ ਜੇ। ਹਾਂ, ਕਿਉਂ ਇਹ ਹੁਣ ਮਤਲਬ ਗੱਲ ਨੂੰ ਟਾਲ ਮਟੋਲ ਕਰਨਾ ਚਾਹੁੰਦੇ ਆ। ਕਿਉਂ ਇਹਨਾਂ ਦਾ ਕੋਈ ਐਮਐਲਏ ਕੋਈ ਮਿਲਣਾ ਹੀ ਨਹੀਂ ਚਾਹੁੰਦਾ। ਹਾਂ, ਜਿਹੜੇ ਪਹਿਲਾਂ ਦਿਨ ਪਰ ਰਾਤ ਆਉਂਦੇ ਸੀ, ਜਿੱਥੇ ਸਾਨੂੰ ਮਿਲਦੇ ਸੀ, ਇਹ ਸਾਡੇ ਪੈਰਾਂ ਦੀ ਮਿੱਟੀ ਚੱਕ ਕੇ ਮੱਥੇ ਨੂੰ ਲਾਉਂਦੇ ਸੀ। ਤੁਸੀਂ ਜੀ ਸ਼ਹੀਦਾਂ ਦੇ ਹੈਗੇ ਆ, ਮਾਂ ਪਿਓ ਆ, ਸਾਡੀ ਸਰਕਾਰ ਬਣਾਵੇ ਪਰਮਾਤਮਾ, ਅਸੀਂ ਤੁਹਾਨੂੰ ਉਹ ਕਰਾਂਗੇ ਉਹ ਕਰਾਂਗੇ, ਅਸੀਂ ਪਿੰਡਾਂ ਨੂੰ ਦੇਵਾਂਗੇ ਕਰੋੜ ਰੁਪਈਆ। ਇਹਨਾਂ ਨੇ ਜਿਹੜੇ ਕੰਮ ਚੱਲਦੇ ਸੀ ਉਹ ਵੀ ਰੋਕਤੇ ਆ ਕੇ। ਫਿਲਹਾਲ ਸਾਰੇ ਵਿਕਾਸ ਦੇ ਕੰਮ ਅਜੇ ਰੁਕੇ ਹੀ ਪਏ ਆ। ਹਾਂ, ਰੁਕੇ ਪਏ ਇਹਨਾਂ ਦੇ, ਕੋਈ ਉਮੀਦ ਚਲੋ ਕੋਈ ਨਹੀਂ, ਸਤਿਗੁਰੂ ਕਿਰਪਾ ਕਰਨਗੇ ਜੀ। ਅਸੀਂ ਵੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਤੁਹਾਨੂੰ ਸਤਿਗੁਰੂ ਜੀ ਕਾਮਯਾਬੀ ਬਖਸ਼ਣ, ਕਿਉਂਕਿ ਸਤਿਗੁਰੂ ਜੀ ਦਾ ਆਪਣਾ ਇਹ ਕੰਮ ਆ ਤੇ ਉਹਨਾਂ ਨੇ ਆਪਣਾ ਕੰਮ ਆਪ ਹੀ ਕਿੰਨਾਂ ਨੂੰ ਉਹਨਾਂ ਨੇ ਮਾਣ ਤਾਣ ਦੇਣਾ ਇਹ ਸਤਿਗੁਰੂ ਜਾਣਦੇ ਆ। ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਦੋਵਾਂ ਨੂੰ, ਖਾਸ ਕਰਕੇ ਭਾਈ ਸੁਖਰਾਜ ਸਿੰਘ ਜੀ ਤੇ ਆਪ ਜੀ ਨੂੰ ਜਿਹੜਾ ਵਾ ਸਤਿਗੁਰੂ ਮਾਣ ਤਾਣ ਦੇਣ ਤੇ ਇਨਸਾਫ ਮਿਲੇ, ਮੌਜੂਦਾ ਸਰਕਾਰ ਕਾਰਵਾਈ ਕਰੇ। ਹੋਰ ਕੋਈ ਐਸੀ ਖਾਸ ਗੱਲ ਜਿਹੜੀ ਤੁਸੀਂ ਕਰਨੀ ਚਾਹੁੰਦੇ ਹੋ ਸੰਗਤ ਨਾਲ ਜ਼ਰੂਰ ਕਰੋ ਜੀ। ਨਹੀਂ, ਗੱਲ ਤਾਂ ਇਹੀ ਹੈ, ਅਸੀਂ ਤਾਂ ਸੰਗਤ ਨੂੰ ਇਹ ਕਹਿੰਦੇ ਵੀ ਵੱਧ ਤੋਂ ਵੱਧ ਸਾਥ ਦਿਓ। ਸੰਗਤ ਦਾ ਹੀ ਕੰਮ ਹੈ ਇਹ। ਸੰਗਤ ਵੀ ਜਿਵੇਂ ਫੈਸਲਾ ਕਰੂਗੀ ਉਵੇਂ ਹੀ ਸਾਨੂੰ ਮਨਜ਼ੂਰ ਹੈ। ਇਹ ਸਾਡਾ ਕੋਈ ਆਪਦਾ ਨਹੀਂਗਾ। ਪਹਿਲਾਂ ਉਹ ਬਗਰਾੜੀ ਮੋਰਚਾ ਸੀ, ਉਹ ਉਹਨਾਂ ਦਾ ਜਥੇਦਾਰਾਂ ਵੱਲੋਂ ਸੀ ਕਰਿਆ ਸੀ। ਸਾਡਾ ਉਹਦੇ 'ਚ ਕੋਈ ਸਾਨੂੰ ਕਿਸੇ ਨੇ ਪੁੱਛਿਆ ਦੱਸਿਆ ਨਹੀਂ ਸੀਗਾ। ਉਹਨਾਂ ਨੇ ਆਪਦੀ ਮਰਜ਼ੀ ਨਾਲ ਕਰੇ ਜੋ ਕਰੇ। ਇਹ ਸਾਡੇ ਵੱਲੋਂ ਹੈ, ਜਿਵੇਂ ਸੰਗਤ ਚਾਹੂਗੀ, ਜਿਵੇਂ ਸੰਗਤ ਕਰੂਗੀ ਉਵੇਂ ਹੋਵੇ ਬਸ। ਬਹੁਤ ਮਿਹਰਬਾਨੀ ਜੀ। ਇਹ ਸਨ ਸਰਦਾਰ ਸਾਧੂ ਸਿੰਘ ਜੀ, ਜੋ ਕਿ ਪਿਤਾ ਜੀ ਸਨ ਸ਼ਹੀਦ ਭਾਈ ਗੁਰਜੀਤ ਸਿੰਘ। ਉਹ ਵੀ ਇੱਥੇ ਨਾਲ ਬੈਠੇ ਨੇ ਬਾਈਬਲ ਕਲਾਂ ਵਾਲੇ ਮੋਰਚੇ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ ਦੇ ਲਈ। ਸਤਿਗੁਰੂ ਕਿਰਪਾ ਕਰਨਗੇ ਜੀ, ਇਹਨਾਂ ਨੂੰ ਵੀ ਇਨਸਾਫ ਮਿਲੇ। ਗੁਰੂ ਸਾਹਿਬ ਆਪ ਕਿਰਪਾ ਕਰਕੇ ਇਨਸਾਫ ਕਰਨ, ਦੋਸ਼ੀ ਜਿਹੜੇ ਆ ਉਹ ਸਲਾਖਾਂ ਦੇ ਪਿੱਛੇ ਹੋਣ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।